और बाली में बतवे गुर के सिख सुजान दर्शन गुर अबलाखित तारत प्रेम महान तुर और बाली में बतवे वाहिगुरु जी का खालसा वाहिगुरु जी की फतेह। सतगुरां दी साजी नवाजी गुरु प्यारी गुरु सवारी साध संगत जी जुगो जुग अटल गुरता गदी ते शोभायमान। दसां पातशाहियां दी आत्मक जोत धन धन ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨਾਂ ਅੰਦਰ ਸੰਧਿਆ ਦੇ ਸਮੇਂ ਸਜੇ ਹੋਏ ਦੀਵਾਨਾਂ ਵਿੱਚ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਨਗਰ ਤਲਣ ਵਿਖੇ ਆਪਾਂ ਰਲ ਮਿਲ ਕੇ ਜੁੜ ਬੈਠੇ ਹਾਂ। ਗੁਰੂ ਕੀ ਬਾਣੀ ਦਾ ਕੀਰਤਨ ਰਹਿਰਾਸ ਸਾਹਿਬ ਜੀ ਦੇ ਪਾਠ ਸਰਵਣ ਕਰਨ ਤੋਂ ਉਪਰੰਤ ਸਤਿਗੁਰਾਂ ਦੇ ਦਰ 'ਤੇ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਕਥਾ ਦੇ ਵਿੱਚ ਨਿਤਾ ਪ੍ਰਤੀ ਦੀ ਤਰ੍ਹਾਂ ਹਾਜ਼ਰੀ ਭਰ ਰਹੇ ਹਾਂ। ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਸੋਹਣਾ ਸੁੰਦਰ ਇਤਿਹਾਸ ਆਪਾਂ ਪਿਛਲੇ ਕਾਫੀ ਲੰਮੇ ਸਮੇਂ ਤੋਂ ਸਰਵਣ ਕਰਦੇ ਆ ਰਹੇ ਹਾਂ। ਰਲ ਮਿਲ ਕੇ ਸਤਿਗੁਰੂ ਜੀ ਦੇ ਜੀਵਨ ਚਰਿੱਤਰ ਨੂੰ ਸਰਵਣ ਕੀਤਾ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਹਜ਼ੂਰ ਸਾਹਿਬ ਦੀ ਧਰਤੀ ਦੇ ਉੱਤੇ ਬਿਰਾਜਮਾਨ ਹਨ। ਇਸ ਹਜ਼ੂਰ ਸਾਹਿਬ ਦੀ ਧਰਤੀ ਉੱਤੇ ਜਿੱਥੇ ਬੇਅੰਤ ਸੰਗਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਪਹੁੰਚ ਰਹੀਆਂ ਹਨ, ਉੱਥੇ ਇੱਕ ਪਠਾਨ ਦਾ ਪੁੱਤਰ ਚੜ੍ਹਦੀ ਜਵਾਨੀ ਹੈ, ਜਿਸ ਦੀ ਹਲੇ ਭਰ ਜਵਾਨ ਨਹੀਂ ਹੋਇਆ। ਮੂੰਹ ਦੇ ਉੱਤੇ ਦਾੜੀ ਮੁੱਛਾਂ ਵੀ ਕੋਈ ਬਹੁਤੀਆਂ ਜ਼ਿਆਦਾ ਨਹੀਂ ਆਈਆਂ, ਲੂਈ ਫੁੱਟ ਦੀ ਹੈ। ਪਰ ਜਵਾਨੀ ਵਾਲਾ ਚੜ੍ਹਦੀ ਜਵਾਨੀ ਵਾਲਾ ਇਹ ਨੌਜਵਾਨ ਬੱਚਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਜਾ ਕੇ ਪਹੁੰਚਿਆ। ਸਤਿਗੁਰੂ ਨੂੰ ਨਮਸਕਾਰ ਕੀਤੀ, ਮੱਥਾ ਟੇਕਿਆ। ਸਤਿਗੁਰੂ ਪੁੱਛਦੇ ਹਨ, ਭਾਈ ਪਠਾਨ ਤੂੰ ਕਿੱਥੋਂ ਆਇਆ ਹੈ? ਤੇਰਾ ਕਿਹੜਾ ਪਿੰਡ ਹੈ? ਕਿਹੜਾ ਤੇਰਾ ਇਲਾਕਾ ਹੈ? ਤੇਰੇ ਪਿਤਾ ਦਾ ਨਾਮ ਕੀ ਹੈ? ਤੇਰੇ ਦਾਦੇ ਦਾ ਨਾਮ ਕੀ ਹੈ? ਕਿਸ ਮਕਸਦ ਵਾਸਤੇ ਇੱਥੇ ਆਇਆ ਹੈ? ਤਾਂ ਇਸਨੇ ਦੱਸਿਆ, ਜੀ ਮੇਰਾ ਜਿਹੜਾ ਇਲਾਕਾ ਹੈ ਉਹ ਇਸ ਦੱਖਣ ਦੇਸ਼ ਦੀ ਧਰਤੀ ਤੋਂ ਬਹੁਤ ਦੂਰ ਪੰਜਾਬ ਦੇ ਵਿੱਚ ਦੁਆਬਾ ਅਤੇ ਦੁਆਬੇ ਵਿੱਚ ਜਲੰਧਰ ਸ਼ਹਿਰ ਹੈ। ਜਲੰਧਰ ਸ਼ਹਿਰ ਦੇ ਨਾਲ ਇਹ ਛੋਟਾ ਮੀਰਪੁਰ ਕਰਕੇ ਮੇਰਾ ਪਿੰਡ ਹੈ। ਸੋ ਉਸ ਪਿੰਡ ਦੇ ਵਿੱਚ ਮੈਂ ਰਹਿਣ ਵਾਲਾ ਹਾਂ ਔਰ ਮੇਰੇ ਪਿਤਾ ਦਾ ਨਾਂ ਸੌਂਦੇ ਖਾਨ ਅਤੇ ਇਸੇ ਤਰ੍ਹਾਂ ਮੇਰੇ ਦਾਦੇ ਦਾ ਨਾਮ ਪੈਂਦੇ ਖਾਨ ਹੈ। ਪੈਂਦੇ ਖਾਨ ਮੇਰਾ ਦਾਦਾ ਆਪ ਜੀ ਦੇ ਦਾਦਾ ਗੁਰੂ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਰਿਹਾ, ਪਲਿਆ ਉਹਨਾਂ ਦੇ ਹੱਥੀਂ। ਬਾਅਦ ਵਿੱਚ ਉਸ ਦਾ ਸਤਿਗੁਰੂ ਸਾਹਿਬ ਜੀ ਦੇ ਨਾਲ ਕਿਸੇ ਗੱਲੋਂ ਵਾਦ ਵਿਵਾਦ ਹੋ ਗਿਆ। ਉਹ ਉੱਥੋਂ ਚਲਾ ਆਇਆ ਸੀ, ਬਾਦਸ਼ਾਹ ਦੇ ਨੌਕਰੀ ਕਰ ਲਈ। ਬਾਦਸ਼ਾਹ ਦੇ ਨੌਕਰੀ ਕਰਨ ਤੋਂ ਥੋੜ੍ਹਾ ਸਮਾਂ ਬਾਅਦ ਇੱਕ ਜੰਗ ਲੱਗੀ। ਇਸ ਜੰਗ ਦੇ ਵਿੱਚ ਮੇਰਾ ਦਾਦਾ ਪੈਂਦੇ ਖਾਨ ਸਤਿਗੁਰੂ ਜੀ ਦੇ ਹੱਥੋਂ ਮਾਰਿਆ ਗਿਆ ਸੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਹੁਣ ਇੱਥੇ ਕਿਵੇਂ ਆਇਆ? ਕਹਿਣ ਲੱਗਾ, ਜੀ ਮੇਰੀ ਮਾਤਾ ਨੇ ਤੁਹਾਡੀ ਮਹਿਮਾ ਬਾਰੇ ਦੱਸਿਆ, ਇਸ ਕਰਕੇ ਮੈਂ ਮੇਰੇ ਦਾਦੇ ਤੋਂ ਬਾਅਦ ਮੇਰੇ ਪਿਤਾ ਨੂੰ ਬਾਦਸ਼ਾਹ ਦੇ ਦਰਬਾਰ ਵਿੱਚ ਨੌਕਰੀ ਮਿਲ ਗਈ ਸੀ ਔਰ ਮੇਰੇ ਪਿਤਾ ਦੇ ਚੜ੍ਹਾਈ ਕਰਨ ਤੋਂ ਬਾਅਦ ਫਿਰ ਮੈਨੂੰ ਦਰਬਾਰ ਵਿੱਚ ਨੌਕਰੀ ਮਿਲ ਗਈ। ਅਸੀਂ ਇਸ ਤਰ੍ਹਾਂ ਹੀ ਆਪਣਾ ਜੀਵਨ ਬਸਰ ਕਰ ਰਹੇ ਹਾਂ, ਬਾਦਸ਼ਾਹ ਦੇ ਨੌਕਰ ਚਾਕਰ ਬਣ ਕੇ ਪਿਛਲੀਆਂ 3-4 ਪੀੜ੍ਹੀਆਂ ਤੋਂ। ਮੇਰੀ ਮਾਤਾ ਨੇ ਆਪ ਜੀ ਦੀ ਮਹਿਮਾ ਦੱਸੀ, ਮੈਂ ਦਰਸ਼ਨ ਕਰਨੇ ਚਾਹੁੰਦਾ ਸੀ, ਇਸ ਕਰਕੇ ਦਰਸ਼ਨ ਕਰਨ ਦੇ ਲਈ ਆ ਗਿਆ। ਸਤਿਗੁਰੂ ਸਾਹਿਬ ਜੀ ਨੇ ਬੜਾ ਆਦਰ ਸਤਿਕਾਰ ਕੀਤਾ, ਇਸ ਨੂੰ ਆਪਣੇ ਕੋਲ ਬਿਠਾ ਲਿਆ। ਜਾਣ ਲੱਗੇ ਨੂੰ 5 ਸੋਨੇ ਦੀਆਂ ਮੋਹਰਾਂ ਦਿੱਤੀਆਂ
ਤੇ ਨਾਲ ਬਚਨ ਕੀਤਾ ਕਿ ਪਠਾਨ ਪੁੱਤਰ ਜਦੋਂ ਵੀ ਦਿਲ ਕਰੇ ਤੂੰ ਆ ਜਾਇਆ ਕਰ ਦਰਸ਼ਨ ਕਰਨ ਵਾਸਤੇ, ਸਿੰਘਾਂ ਦੇ ਨਾਲ ਪਰਚਣ ਵਾਸਤੇ। ਅਸੀਂ ਤੇਰੇ ਤੇ ਬਹੁਤ ਪ੍ਰਸੰਨ ਹਾਂ। ਇਹ ਪਠਾਨ ਚਲਿਆ ਗਿਆ, ਘਰ ਗਿਆ, ਆਪਣੀ ਮਾਤਾ ਨੂੰ ਦੱਸਿਆ ਸਤਿਗੁਰੂ ਨੇ ਮੈਨੂੰ ਇੰਨੀਆਂ ਸੋਨੇ ਦੀਆਂ ਮੋਹਰਾਂ ਵੀ 5 ਦੇ ਦਿੱਤੀਆਂ ਔਰ ਮੇਰੇ ਤੇ ਪ੍ਰਸੰਨ ਵੀ ਬੜੇ ਹੋਏ। ਇਸ ਦੀ ਮਾਤਾ ਵੀ ਬੜੀ ਖੁਸ਼ ਹੋਈ। ਤੋ ਦੂਜੇ ਦਿਨ ਫਿਰ ਇਹ ਸਤਿਗੁਰੂ ਜੀ ਦੇ ਚਰਨਾਂ ਵਿੱਚ ਆਇਆ। ਸਤਿਗੁਰੂ ਸੱਚੇ ਪਾਤਸ਼ਾਹ ਪੁੱਛਦੇ ਹਨ, ਪਠਾਨ ਪੁੱਤਰ ਕੀ ਤੈਨੂੰ ਚੌਪੜ ਖੇਡਣਾ ਆਉਂਦਾ ਹੈ? ਇਹ ਕਹਿਣ ਲੱਗਾ ਜੀ ਹਾਂ ਆਉਂਦਾ ਹੈ। ਸਤਿਗੁਰੂ ਨੇ ਚੌਪੜ ਮੰਗਾਇਆ ਆਪਣੇ ਖਜ਼ਾਨੇ ਦੇ ਵਿੱਚੋਂ ਔਰ ਆਪਣੇ ਦੋਵਾਂ ਦੇ ਵਿਚਕਾਰ ਰੱਖ ਕੇ ਖੇਡ ਸ਼ੁਰੂ ਕਰ ਦਿੱਤੀ। ਸੋ ਇਸ ਤਰ੍ਹਾਂ ਖੇਡਦਿਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਪੁੱਛਦੇ ਐ ਇਸ ਨੂੰ ਕਿ ਤੈਨੂੰ ਪਤਾ ਹੈ ਕਿ ਤੇਰਾ ਦਾਦਾ ਜਿਹੜਾ ਪੈਂਦੇ ਖਾਨ ਹੈ ਉਹ 6ਵੇਂ ਪਾਤਸ਼ਾਹ ਜੀ ਨੇ ਮੈਦਾਨੇ ਜੰਗ ਦੇ ਵਿੱਚ ਉਸ ਨੂੰ ਮਾਰ ਦਿੱਤਾ ਸੀ। ਕਹਿਣ ਲੱਗਾ ਜੀ ਹਾਂ ਮੈਨੂੰ ਇਸ ਦੀ ਵਾਕਫੀਅਤ ਹੈ, ਮੈਨੂੰ ਪਤਾ ਹੈ। ਤੋ ਸਤਿਗੁਰੂ ਜੀ ਪਤਾ ਨਹੀਂ ਆਪਣੀ ਕਿਸ ਮੌਜ ਦੇ ਵਿੱਚ ਕਹਿਣ ਲੱਗੇ ਕਿ ਜਿਹੜਾ ਪਠਾਨ ਦਾ ਪੁੱਤਰ ਹੋਵੇ, ਇਹ ਪਠਾਨ ਬੜੀ ਬਹਾਦਰ ਕੌਮ ਹੈ ਅਤੇ ਜੇ ਆਪਣੇ ਪਿਤਾ ਪੁਰਖਿਆਂ ਦਾ ਇਹ ਬਦਲਾ ਨਾ ਲਵੇ ਤਾਂ ਉਹਦੇ ਜੀਵਨ ਦੇ ਉੱਤੇ ਧਰਕਾਰ ਹੈ, ਲਾਹਨਤ ਹੈ। ਇਉਂ ਸਤਿਗੁਰੂ ਨੇ ਬਚਨ ਕੀਤੇ। ਸੁਣ ਕੇ ਬੜਾ ਹੈਰਾਨ ਜਿਹਾ ਹੋਇਆ ਵੀ ਇੱਕ ਪਾਸੇ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਮੈਨੂੰ ਮਾਇਆ ਬਹੁਤ ਬਖਸ਼ੀ ਜਾਂਦੇ ਆ, ਮੈਨੂੰ ਪਿਆਰ ਇੰਨਾ ਕਰਦੇ ਹੈ, ਅਤੇ ਦੂਜੇ ਪਾਸੇ ਸਤਿਗੁਰੂ ਜੀ ਮੈਨੂੰ ਲਾ ਕੇ ਇਸ ਤਰ੍ਹਾਂ ਦੀ ਗੱਲ ਕਿਉਂ ਕਹਿੰਦੇ ਆ, ਮੈਨੂੰ ਉਕਸਾ ਕਿਉਂ ਰਹੇ ਹਨ। ਸੋ ਇਹ ਖੇਡ ਕੇ ਜਦੋਂ ਵਾਪਸ ਜਾਣ ਲੱਗਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ 5 ਚਾਂਦੀ ਦੇ ਰੁਪਈਏ ਸਿੱਖ ਸੇਵਕ ਤੋਂ ਮੰਗਾ ਕੇ ਇਸ ਨੂੰ ਦਿੱਤੇ। ਇਹ ਆਪਣੇ ਘਰ ਚਲਾ ਗਿਆ। ਸਿੰਘਾਂ ਨੇ ਬਾਅਦ ਵਿੱਚ ਬੇਨਤੀ ਕੀਤੀ, ਮਹਾਰਾਜ ਆਪ ਜੀ ਸਾਨੂੰ ਤਾਂ ਕਹਿੰਦੇ ਹੋ ਕਿ ਤੁਰਕਾਂ ਦਾ ਵਿਸਾਹ ਨਹੀਂ ਕਰਨਾ, ਇਹ ਕਸਮਾਂ ਖਾ ਕੇ ਮੁੱਕਰ ਜਾਂਦੇ ਹੁੰਦੇ ਹਨ, ਅਤੇ ਆਪ ਜੀ ਉਸ ਪਠਾਨ ਨੂੰ ਬਿਲਕੁਲ ਆਪਣੇ ਕੋਲ ਬਿਠਾਉਂਦੇ ਹੋ, ਵਿਸ਼ੇਸ਼ ਉਹਦੇ ਉੱਤੇ ਕਿਰਪਾ ਕਰਦੇ ਹੋ, ਉਹਦੇ ਨਾਲ ਚੌਪੜ ਖੇਡਦੇ ਹੋ। ਤੋ ਸਤਿਗੁਰੂ ਕਹਿਣ ਲੱਗੇ, ਕਹਿੰਦੇ ਭਾਈ ਕੋਈ ਨਹੀਂ, ਬੱਚਾ ਹੈ, ਸਾਡੇ ਮਨ ਦੇ ਵਿੱਚ ਦਇਆ ਆ ਗਈ ਕਿ ਇਸ ਦੇ ਦਾਦੇ ਨੂੰ ਵੀ ਸਾਡੇ ਦਾਦਾ ਗੁਰੂ ਜੀ ਨੇ ਆਪ ਹੱਥੀਂ ਪਾਲਿਆ ਸੀ, ਉਹਨੂੰ ਬਹੁਤ ਪ੍ਰੇਮ ਕੀਤਾ ਸੀ। ਚਲੋ ਉਹਦੀ ਗਲਤੀ ਸੀ ਜਿਸ ਤਰ੍ਹਾਂ ਦੀ, ਉਸ ਹਿਸਾਬ ਦੇ ਨਾਲ ਉਹਨੂੰ ਸਜ਼ਾ ਵੀ ਬਾਅਦ ਵਿੱਚ ਦਿੱਤੀ, ਪਰ ਇਹ ਬੱਚਿਆਂ ਨਾਲ ਪ੍ਰੇਮ ਹੀ ਕਰਨਾ ਚਾਹੀਦਾ ਹੈ। ਸਾਡੇ ਮੁੱਢ ਕਦੀਮੋਂ ਪੀੜ੍ਹੀ ਦਰ ਪੀੜ੍ਹੀ ਇਹ ਜੁੜੇ ਹੋਏ ਆ, ਇਸ ਕਰਕੇ ਸਾਨੂੰ ਇਹਦਾ ਪ੍ਰੇਮ ਆ ਗਿਆ। ਸੋ ਸਤਿਗੁਰੂ ਨੇ ਨਾਲ ਹੀ ਆਖਿਆ, ਕਹਿੰਦੇ ਸਿੰਘੋ ਸਾਡਾ ਇੱਕ ਕੋਈ ਕਾਰਜ ਵੀ ਹੈ ਜਿਹੜਾ ਇਹਦੇ ਹੱਥੀਂ ਹੋਣਾ ਹੈ, ਇਸ ਕਰਕੇ ਕਹਿੰਦੇ ਅਸੀਂ ਇਹਦੇ ਨਾਲ ਵਿਸ਼ੇਸ਼ ਲਗਾਓ ਕਰਦੇ ਹਾਂ, ਅਤੇ ਤੁਸੀਂ ਕਿਸੇ ਪ੍ਰਕਾਰ ਦੇ ਮਨ ਦੇ ਵਿੱਚ ਕੋਈ ਸ਼ੰਕਾ ਨਾ ਕਰੋ। ਇਉਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਿੰਘਾਂ ਨੂੰ ਤਸੱਲੀ ਕਰਵਾ ਦਿੱਤੀ। ਰਾਤ ਸਾਰੇ ਬਿਰਾਜਮਾਨ ਹੋਏ। ਨਿੱਤਾ ਪ੍ਰਤੀ ਸਤਿਗੁਰੂ ਜੀ ਦਾ ਦਰਬਾਰ ਸਜਦਾ ਹੈ। ਇਹ ਪਠਾਨ ਆਉਂਦਾ ਹੈ ਸਤਿਗੁਰੂ ਜੀ ਦੇ ਕੋਲ, ਕਿੰਨਾ ਸਮਾਂ ਬੈਠਾ ਰਹਿੰਦਾ, ਫਿਰ ਚਲਿਆ ਜਾਂਦਾ ਹੈ। ਇੱਥੋਂ ਤੱਕ ਆਪਾਂ ਕੱਲ੍ਹ ਪ੍ਰਸੰਗ ਸਰਵਣ ਕਰ ਚੁੱਕੇ ਹਾਂ। ਆਓ ਜਿਵੇਂ ਅੱਗੇ ਸਤਿਗੁਰੂ ਜੀ ਦਾ ਸੋਹਣਾ ਸੁੰਦਰ ਇਤਿਹਾਸ ਆ ਰਿਹਾ ਹੈ। ਇਹ ਗੁਲਖਾਂ ਪਠਾਨ ਜਿਹੜਾ ਇਹਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪੇਟ ਦੇ ਵਿੱਚ ਕਟਾਰ ਮਾਰ ਕੇ ਜ਼ਖਮ ਕਰ ਦੇਣਾ ਹੈ। ਸੋ ਜਿਵੇਂ ਸਾਰਾ ਪ੍ਰਸੰਗ ਵਰਤਿਆ, ਭਾਈ ਸੰਤੋਖ ਸਿੰਘ ਜੀ ਨੇ ਜਿਵੇਂ ਕਿਸੇ ਤੋਂ ਸੁਣਿਆ ਉਹਨਾਂ ਨੇ ਉਸੇ ਤਰ੍ਹਾਂ ਲਿਖ ਦਿੱਤਾ। ਸੋ ਜਿਵੇਂ ਭਾਈ ਸਾਹਿਬ ਜੀ ਨੇ ਸੁਣਿਆ ਲਿਖਿਆ, ਇੱਕ ਵਾਰ ਆਪਾਂ ਉਹਦੇ ਅਰਥ ਕਰਾਂਗੇ, ਫਿਰ ਉਸ ਤੋਂ ਬਾਅਦ ਆਪਾਂ ਜੋ ਸਹੀ ਪ੍ਰਸੰਗ ਹੈ, ਜਿਸ ਤਰ੍ਹਾਂ ਕੁਝ ਕੁ ਇਤਿਹਾਸਕ ਸਰੋਤਾਂ ਦੇ ਵਿੱਚ ਆਇਆ, ਉਸ ਦੀ ਵੀ ਵਿਚਾਰ ਕਰਾਂਗੇ। ਬੜੇ ਪਿਆਰ ਨਾਲ ਸਰਵਣ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਪਾਲੀ ਮੈਂ ਬਤਦਵੈ। ਪਾਲੀਪੁਰ ਇੱਕ ਨਗਰ ਹੈ। ਸੋ ਸਾਧ ਸੰਗਤ ਜੀ, ਇਸ ਪਾਲੀਪੁਰ ਨਗਰ ਜਿਹੜਾ ਜੋਧਪੁਰ ਤੋਂ ਅੱਗੇ ਹੈ, ਉਜੈਨ ਤੋਂ 200-250 ਮੀਲ ਜਿਹੜਾ ਪਹਿਲਾਂ ਆ ਜਾਂਦਾ। ਸੋ ਨੰਦੇੜ ਤੋਂ 500 ਮੀਲ ਉੱਤਰ ਵਾਲੇ ਪਾਸੇ ਨੂੰ ਇਸ ਨਗਰ ਦਾ ਜਿਹੜਾ ਟਿਕਾਣਾ ਹੈ, ਇਸ ਨਗਰ ਦੀ ਲੋਕੇਸ਼ਨ ਹੈ। ਇਹ ਜਿਹੜਾ ਪਾਲੀਪੁਰ ਨਗਰ ਹੈ, ਇਸ ਨਗਰ ਦੇ ਵਿੱਚ ਵਸਣ ਵਾਲੇ 2 ਮਨੁੱਖ ਜਿਹੜੇ ਗੁਰੂ ਦੀ ਸਿੱਖੀ ਜਿਨ੍ਹਾਂ ਨੇ ਧਾਰਨ ਕੀਤੀ ਹੈ, ਬੜੇ ਸੂਝਵਾਨ, ਬੜੇ ਸੁਜਾਨ ਹਨ। ਦਰਸ਼ਨ ਗੁਰ ਬਿਲਾਵਤੇ
ਹਮੇਸ਼ਾ ਹੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਦਰਸ਼ਨਾਂ ਦੀ ਇੱਛਾ ਰੱਖਦੇ ਸਨ ਇਹ ਗੁਰਸਿੱਖ। ਧਾਰਤ ਪ੍ਰੇਮ ਮਹਾਨ ਔਰ ਬੜਾ ਪ੍ਰੇਮ ਇਹਨਾਂ ਨੇ ਆਪਣੇ ਹਿਰਦੇ ਵਿੱਚ ਸਤਿਗੁਰੂ ਜੀ ਪ੍ਰਤੀ ਧਾਰਨ ਕਰਕੇ ਰੱਖਿਆ ਹੋਇਆ ਹੈ। ਸੋ ਬਈ ਸੋ ਚਲ ਗੁਰ ਸ੍ਰੀ ਪ੍ਰਗਟ ਆਏ। ਇਹ ਪਾਲੀਪੁਰ ਦੇ ਜਿਹੜੇ ਦੋ ਸਿੱਖ ਸਨ, ਦਰਸ਼ਨਾਂ ਦੀ ਇੱਛਾ ਲੈ ਕੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕੋਲ ਨੰਦੇੜ ਸਾਹਿਬ ਦੀ ਧਰਤੀ ਤੇ ਪਹੁੰਚੇ ਦਵੈ ਜੰਦਰ ਅਗੋਰ ਕਉ ਲਿਆਏ। ਔਰ ਨਾਲ ਆਪਣੇ ਇਹ ਭੇਟਾਵਾਂ ਲੈ ਕੇ ਆਏ, ਕਿਉਂਕਿ ਸਾਧ ਸੰਗਤ ਜੀ ਧਰਮ ਗ੍ਰੰਥਾਂ ਦੇ ਵਿੱਚ ਇਹ ਅਸੂਲ ਲਿਖਿਆ ਹੋਇਆ ਹੈ ਕਿ ਗੁਰੂ ਸਾਹਿਬ ਕੋਲ ਜਾਈਏ, ਰਾਜੇ ਕੋਲ ਜਾਈਏ, ਵੈਦ ਕੋਲੇ ਜਾਈਏ, ਜੋਤਸ਼ੀ ਦੇ ਕੋਲ ਜਾਈਏ ਤਾਂ ਕੁਝ ਨਾ ਕੁਝ ਭੇਟਾ ਲੈ ਕੇ ਜਾਣੀ ਜ਼ਰੂਰੀ ਹੁੰਦੀ ਹੈ। ਤਿਲ ਫੁੱਲ ਭੇਟਾ ਜਿੰਨੇ ਵੀ ਤੁਸੀਂ ਸਰਦਾ ਬਣਦਾ ਹੈ ਉਹਨਾਂ ਕੁ ਜ਼ਰੂਰ ਜਾ ਕੇ ਅਰਪਣ ਕਰਨਾ ਚਾਹੀਦਾ ਹੈ। ਧਰਮ ਗ੍ਰੰਥਾਂ ਦਾ ਬਚਨ ਹੈ, ਰਾਜ ਵੈਦ ਗੁਰ ਜੋਤਸੀ ਇਨਕੇ ਪਾਸ ਜੋ ਜਾਏ, ਖਾਲੀ ਹਾਥ ਨਾ ਜਾਈਐ, ਫਲ ਦੀਏ ਫਲ ਪਾਏ, ਰਿਕਤ ਪਾਨ ਨਹੀਂ ਪਰਸੀਐ, ਭੂਪ ਭਿਖਕ ਗੁਰਦੇਵ, ਫਲ ਦੀਏ ਫਲ ਪਾਈਐ, ਫਲੈ ਨਾ ਫਲ ਬਿਨ ਸੇਵ। ਖਾਲੀ ਹੱਥ ਨਹੀਂ ਜਾਣਾ ਚਾਹੀਦਾ। ਇਹਨਾਂ ਨੇ ਮਨ ਦੇ ਵਿੱਚ ਭਾਵਨਾ ਰੱਖ ਕੇ ਭੇਟਾ ਲੈ ਕੇ ਆਏ ਹਨ। ਭੇਟਾ ਕੀ ਲੈ ਕੇ ਆਏ ਹਨ? ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸੋ ਚਲ ਕਰ ਸ੍ਰੀ ਪ੍ਰਭ ਢਿਗ ਆਏ, ਦਵੈ ਜਮ ਧਰ ਅਕੋਰ ਕਹ ਲਿਆਏ। ਅਕੋਰ ਨਾਮ ਭੇਟਾ ਦਾ। ਦੋ ਜਮਧਰਾਂ, ਦੋ ਕਟਾਰਾਂ ਜਿਹੜੀਆਂ ਬੜੀਆਂ ਸੁੰਦਰ ਬਣਾਈਆਂ ਹੋਈਆਂ, ਦੋ ਖੰਜਰ ਸਤਿਗੁਰੂ ਦੀ ਭੇਟਾ ਵਾਸਤੇ ਲੈ ਕੇ ਆਏ ਹਨ। ਕੰਚਨ ਲਿਪਤ ਚਾਰ ਚਮਕੰਤੀ। ਔਰ ਇਹਨਾਂ ਦੇ ਜਿਹੜੇ ਮੁੱਠੇ ਹੈ ਇਹ ਕੰਚਨ ਦੇ ਨਾਲ ਲਿਪਤ ਹੈ, ਸੋਨੇ ਦੀ ਕਢਾਈ ਵਾਲੇ ਮੁੱਠੇ ਬਣਾਏ ਹੋਏ ਹਨ ਔਰ ਬੜੇ ਸੁੰਦਰ ਇਹ ਚਮਕਦਾਰ ਜਿਹੜੀਆਂ ਕਟਾਰਾਂ ਹਨ। ਉੱਤਮ ਲੋਹ ਫੁਲਾਦ ਨਿਵੰਤੀ। ਔਰ ਬੜੇ ਉੱਤਮ ਲੋਹੇ ਦੇ, ਬੜੇ ਚੰਗੀ ਕਿਸਮ ਦੇ ਲੋਹੇ ਦੇ, ਫੁਲਾਦੀ ਲੋਹੇ ਦੇ ਬਣੇ ਹੋਏ ਖੰਜਰ ਹਨ। ਭੀਸ਼ਣ ਭੀਸ਼ਣ ਕਰੀ ਨਰੀਸ਼ਣ। ਔਰ ਇਹਨਾਂ ਦੀ ਜਿਹੜੀ ਧਾਰ ਹੈ ਉਹ ਬੜੀ ਤੀਛਣ ਤਿੱਖੀ ਹੈ ਤੇ ਭੀਸ਼ਣ ਬੜੇ ਭਿਆਨਕ ਇਹ ਦੇਖਣ ਨੂੰ ਲੱਗਦੇ ਹੈ। ਕਰੀ ਨਿਰੀਖਣ, ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਆਪਣੇ ਹੱਥਾਂ ਵਿੱਚ ਫੜ ਕੇ ਇਹਨਾਂ ਕਟਾਰਾਂ ਦਾ, ਇਹਨਾਂ ਖੰਜਰਾਂ ਦਾ ਬੜਾ ਚੰਗੀ ਤਰ੍ਹਾਂ ਨਿਰੀਖਣ ਕੀਤਾ, ਚੰਗੀ ਤਰ੍ਹਾਂ ਦੇਖਿਆ ਪਰਖਿਆ। ਭਏ ਪ੍ਰਸੰਨ ਕਿਰਪਾ ਧਰ ਈਛਣ। ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੜੇ ਖੁਸ਼ ਹੋਏ ਇੰਨੇ ਸੋਹਣੇ ਸ਼ਾਸਤਰਾਂ ਨੂੰ ਦੇਖ ਕੇ। ਨੇਤਰਾਂ ਦੇ ਵਿੱਚ ਕਿਰਪਾ ਭਰੀ, ਸਤਿਗੁਰੂ ਨੇ ਕਿਰਪਾ ਭਰੇ ਨੇਤਰਾਂ ਨਾਲ ਤੱਕਿਆ। ਪੁਰੀ ਕਾਰਨਾ ਸਿੱਖਣ ਬੇਰੀ। ਔਰ ਸਿੱਖ ਜਿਹੜੀ ਭਾਵਨਾ ਲੈ ਕੇ ਆਏ ਸਨ, ਸਤਿਗੁਰੂ ਨੇ ਉਹਨਾਂ ਦੀਆਂ ਭਾਵਨਾਵਾਂ ਪੂਰਨ ਕੀਤੀਆਂ। ਉੱਪਰ ਕਰ ਖੁਸ਼ੀ ਵਡੇਰੀ। ਇਹਨਾਂ ਸਿੱਖਾਂ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵੱਡੀਆਂ ਖੁਸ਼ੀਆਂ ਕੀਤੀਆਂ। ਇਤਨੇ ਮੈਂ ਪਠਾਨ ਚਲੇ ਆਇਓ। ਇੰਨੀ ਦੇਰ ਤੱਕ ਉਹ ਜਿਹੜਾ ਗੁਲ ਖਾਂ ਪਠਾਨ ਹੈ, ਪੈਂਦੇ ਖਾਨ ਦਾ ਪੋਤਰਾ, ਉਹ ਸਤਿਗੁਰੂ ਜੀ ਦੇ ਦਰਬਾਰ ਵਿੱਚ ਚੱਲ ਕੇ ਪਹੁੰਚਿਆ। ਫਿਰ ਹੋਏ ਸਨਮੁਖ ਸੀਸ ਝੁਕਾਇਓ। ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਸੀਸ ਝੁਕਾ ਕੇ ਮੱਥਾ ਟੇਕ ਕੇ ਨਮਸਕਾਰ ਕਰਕੇ ਸਾਹਮਣੇ ਬੈਠ ਗਿਆ, ਬਿਰਾਜਮਾਨ ਹੋਇਆ। ਸਾਦਰ ਨਿਕਟ ਬਿਠਾਵਨ ਕੀਨਾ। ਸਤਿਗੁਰੂ ਜੀ ਨੇ ਇਹਨੂੰ ਬੜਾ ਆਦਰ ਸਤਿਕਾਰ ਦੇ ਕੇ ਆਪਣੇ ਕੋਲ ਬਿਠਾ ਲਿਆ। ਜਮਦਰਤ ਕੇ ਕਰਮੈ ਦੀਨਾ। ਔਰ ਜਿਹੜੀ ਕਟਾਰ ਸੀ, ਜਮਦਰ ਸੀ, ਉਹ ਕੱਢ ਕੇ ਨਾ ਮਿਆਨ ਵਿੱਚੋਂ ਸਤਿਗੁਰੂ ਜੀ ਨੇ ਉਹਦੇ ਹੱਥ ਫੜਾ ਦਿੱਤੀ। ਗੁਲਕਾਂ ਦੇਖ ਵਾਰ ਕੈ ਕਰੈ। ਸਤਿਗੁਰੂ ਪਾਤਸ਼ਾਹ ਪੁੱਛਦੇ ਆ, ਕਹਿੰਦੇ ਗੁਲਖਾਂ ਦੇਖ, ਕਹਿੰਦੇ ਇਸ ਖੰਜਰ ਨੂੰ ਧਿਆਨ ਦੇ ਨਾਲ, ਕਹਿੰਦੇ ਕਿੰਨੇ ਵਾਰ ਇਸ ਖੰਜਰ ਦੇ ਕੀਤੇ ਜਾ ਸਕਦੇ ਹੈ, ਕਿੰਨੇ ਵਾਰ ਕੀਤਿਆਂ ਵੈਰੀ ਨੂੰ ਪਾਰ ਬੁਲਾਇਆ ਜਾ ਸਕਦਾ ਇਸ ਖੰਜਰ ਨਾਲ। ਨਿਜ ਸ਼ਤਰੂਕ ਪ੍ਰਾਣਨ ਹਰੈ। ਕਿੰਨੇ ਵਾਰ ਕੀਤੇ ਜਾਣ ਕਿ ਜਿਹੜਾ ਕੋਈ ਨਿੱਜੀ ਦੁਸ਼ਮਣ ਹੋਵੇ ਉਹਦੇ ਪ੍ਰਾਣ ਹਰ ਲਏ ਜਾਣ, ਉਹਨੂੰ ਮਾਰ ਦਿੱਤਾ ਜਾਵੇ। ਲਗੇ ਘਾਵ ਕੇ ਸਨਮੁਖ ਹੋਏ। ਔਰ ਘਾਵ ਲੱਗ ਕੇ ਸਾਹਮਣੇ ਹੀ ਉਹਦਾ ਕੰਮ ਤਮਾਮ ਹੋ ਜਾਵੇ। ਵਾਰ ਕਰੈ ਕੈਦੋ ਨੈ ਸੋਏ। ਕਹਿੰਦੇ ਕਿੰਨੇ ਵਾਰ ਕੀਤੇ ਜਾਣ, ਇਸ ਦਾ ਵਾਰ ਖਾ ਕੇ ਕਹਿੰਦੇ ਉਹਦੇ ਵਿੱਚ ਤਾਕਤ ਨਾ ਰਹੇ, ਕੋਈ ਉੱਠਣ ਜੋਗਾ ਨਾ ਰਹੇ। ਸੋਨ ਪਠਾਣੇ ਮਬਕ ਬਖਾਨਾ।
ਪਠਾਨ ਬੱਚੇ ਨੇ ਸੁਣ ਕੇ ਇਉਂ ਆਖਿਆ। ਅਸ ਜੰਦਲ ਜੇ ਹੋਏ ਮਮ ਪਾਨਾ। ਕਹਿਣ ਲੱਗਾ, ਮਹਾਰਾਜ ਇਸ ਤਰ੍ਹਾਂ ਦਾ ਖੰਜਰ ਜੇ ਮੇਰੇ ਹੱਥ ਦੇ ਵਿੱਚ ਹੋਵੇ। ਬਲ ਤੇ ਕਰੋ ਵਾਰ ਵਿਕੈਸੇ। ਕਹਿੰਦਾ ਦੁਸ਼ਮਣ ਹੋਵੇ ਸਾਹਮਣੇ ਤੇ ਆਪਣੇ ਬਲ ਦੇ ਨਾਲ ਕਹਿੰਦਾ ਮੈਂ ਤਾਂ ਇੱਕੋ ਹੀ ਵਾਰ ਐਸਾ ਕਰਾਂ। ਉਕਸਨ ਦਿਓ ਨਹੀਂ ਰਿਪ ਕੈਸੇ। ਮੁੜ ਕੇ ਕਹਿੰਦਾ ਮੈਂ ਆਪਣੇ ਦੁਸ਼ਮਣ ਨੂੰ ਉਕਸਣ ਨਾ ਦੇਵਾਂ, ਹਿੱਲਣ ਵੀ ਨਾ ਦੇਵਾਂ। ਉਤਮ ਲੋਹਾ ਲਗਿਅਤ ਖਰੈ। ਮਹਾਰਾਜ ਇਹਨੂੰ ਦੇਖ ਕੇ ਲੱਗਦਾ ਹੈ ਵੀ ਬੜਾ ਖਰਾ ਲੋਹਾ ਇਹਨੂੰ ਲੱਗਿਆ ਹੋਇਆ, ਬੜਾ ਫੌਲਾਦੀ ਕਿਸਮ ਦਾ ਲੋਹੇ ਦਾ ਬਣਿਆ ਹੋਇਆ ਹੈ। ਨਹੀਂ ਧਾਰ ਪਰ ਠਹਿਰਤ ਕਰੈ। ਤੇ ਮਹਾਰਾਜ ਇਹਦੀ ਧਾਰ ਹੈ ਜਿਹੜੀ ਇਹ ਤਾਂ ਇੰਨੀ ਤਿੱਖੀ ਆ, ਹੱਥ ਨਹੀਂ ਠਹਿਰਦਾ, ਹੱਥ ਨੂੰ ਲੱਗੇ ਨਾਲ ਦੀ ਨਾਲ ਕੱਟ ਦੇਵੇ, ਇੰਨੀ ਤੇਜ਼ ਧਾਰ ਵਾਲਾ ਖੰਜਰ ਹੈ। ਤੇ ਵਾਰ ਬਹੁਤ ਕਿਆ ਕਰੈ। ਤੇ ਇਸ ਕਰਕੇ ਮਹਾਰਾਜ ਇਹਦੇ ਨਾਲ ਬਹੁਤੇ ਵਾਰ ਕਰਨ ਦੀ ਲੋੜ ਨਹੀਂ। ਲਗੈ ਕਿਤੇ ਸ਼ਤਰੂ ਮਰੈ। ਇੱਕੋ ਹੀ ਵਾਰ ਇਹਦਾ ਵੱਜ ਜਾਵੇ ਤੇ ਦੁਸ਼ਮਣ ਨਾਲ ਦੀ ਨਾਲ ਮਰ ਜਾਵੇਗਾ। ਜਮ ਦਰਦ ਸੀ ਨਿਕਟ ਰਖਾਇਓ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉਹਦੇ ਹੱਥੋਂ ਉਹ ਫੜੀ ਨਹੀਂ, ਜਮਦਰ ਜਿਹੜੀ ਕਟਾਰ ਸੀ ਉਹਦੇ ਨੇੜੇ ਹੀ ਰੱਖ ਦਿੱਤੀ। ਇਕ ਖੇਲਨ ਚੌਪਰ ਅਨਵਾਇਓ। ਔਰ ਖੇਡਣ ਦੇ ਵਾਸਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਚੌਪੜ ਮੰਗਾ ਲਿਆ। ਲਾਗੇ ਡਾਲਿਆ ਉਸਨੇ ਗੇਰਨਾ। ਤੇ ਉਹ ਜਿਹੜੇ ਡਾਲਣੇ ਸੀ ਆਪਸ ਦੇ ਵਿੱਚ ਗੇਰਨ ਲੱਗੇ, ਚਲਾਉਣ ਲੱਗੇ। ਇਤੈ ਉਤੈ ਨਰਦਨ ਕੋ ਫੇਰਨਾ। ਇੱਧਰ ਉੱਧਰ ਜਿਹੜੀਆਂ ਨਰਦਾਂ ਉਹਨਾਂ ਨੂੰ ਫੇਰਦੇ ਘਮਾਉਂਦੇ ਹਨ, ਅੱਗੇ ਪਿੱਛੇ ਕਰਦੇ ਹਨ। ਪਰੈ ਦਾਵ ਕੋ ਨਦ ਦੇ ਉਠਾਵੈ। ਜਦੋਂ ਕਿਸੇ ਦਾ ਵੀ ਦਾ ਲੱਗਦਾ ਹੈ ਤੇ ਦਾ ਲਾ ਕੇ ਉਹ ਆਪਣੀ ਨਰਦ ਉਠਾ ਲੈਂਦੇ ਹਨ। ਮਾਰਤ ਮੁਖਤੇ ਬਾਕ ਹਲਾਵੈ। ਹਾਂ, ਦੂਜੇ ਦੀ ਨਰਦ ਨੂੰ ਮਾਰ ਕੇ ਤੇ ਮੁਖ ਦੇ ਵਿੱਚੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਹਨ। ਪਿਤਾ ਪਤਾਮਾ ਪੰਡਾ ਦੇਨਾ। ਕਹਿੰਦੇ ਵੀ ਜਿਹੜਾ ਕੋਈ ਮਨੁੱਖ ਆਪਣੇ ਪਿਤਾ ਦਾ ਜਾਂ ਦਾਦੇ ਦਾ, ਆਪਣੇ ਪਿਓ ਦਾਦੇ ਦਾ ਬਦਲਾ ਨਾ ਲਵੇ। ਥੂਕ ਜਨਮਤ ਕੇ ਸੁਤਕੇ ਨਾ। ਕਹਿੰਦੇ ਉਹਦੇ ਜਨਮ ਦੇ ਉੱਤੇ ਥੁੱਕਾ ਹੈ, ਉਹਦੇ ਜਨਮ ਨੂੰ ਲਾਹਣਤਾਂ ਧਰਕਾਰਾਂ ਹਨ। ਤੇ ਇਹ ਸਮਝ ਲਓ ਵੀ ਉਹ ਤਾਂ ਪੁੱਤ ਜੰਮੇ ਹੀ ਨਹੀਂ, ਉਹ ਪਿਓ ਦਾ ਪੁੱਤ ਨਹੀਂ। ਆਤ ਸਤਰ ਸ਼ਤਰੂ ਟਿਕ ਹੋਏ। ਹੱਥ ਦੇ ਵਿੱਚ ਕਹਿੰਦੇ ਸ਼ਾਸਤਰ ਹੋਵੇ ਤੇ ਦੁਸ਼ਮਣ ਜੀ ਦੇ ਸਾਹਮਣੇ ਹੋਵੇ। ਮਾਰੇ ਨੇ ਕਪੂਤ ਹੈ ਸੋਏ। ਕਹਿੰਦੇ ਉਹ ਫੇਰ ਵੀ ਨਾ ਮਾਰੇ ਤੇ ਕਹਿੰਦੇ ਉਹ ਪੁੱਤਰ ਨਹੀਂ, ਉਹ ਤਾਂ ਭੈੜਾ ਪੁੱਤ ਹੈ, ਕਪੁੱਤ ਹੈ। ਇਮ ਗੁਣ ਇਮ ਸੁਨ ਖਾਨ ਬਿਮਨ ਬਹਿ ਰਹਿਓ। ਇਉਂ ਸੁਣ ਕੇ ਨਾ ਸਤਿਗੁਰ ਸੱਚੇ ਪਾਤਸ਼ਾਹ ਜੀ ਤੋਂ ਬਚ ਨਾ। ਜਿਹੜਾ ਪਠਾਨ ਹੈ ਖਾਨ, ਗੁਲ ਖਾਨ, ਉਹ ਬੇਮਨ ਜਾ ਹੋ ਗਿਆ, ਬੜਾ ਉਦਾਸ ਜਾ ਹੋ ਗਿਆ। ਹੋਏ ਸੁਨਾਏ ਮੋਹੇ ਸੁਨਾਏ ਸਾਵਤ ਰਹਿਓ। ਮਨ ਦੇ ਵਿੱਚ ਇਹਨੇ ਜਾਣਿਆ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਮੈਨੂੰ ਜਾਣ ਬੁੱਝ ਕੇ ਸੁਣਾ ਕੇ ਤੇ ਮੈਨੂੰ ਗੁੱਸੇ ਵਿੱਚ ਲਿਆ ਰਹੇ ਹਨ। ਇਨੋ ਪਤਾਮੇ ਮੋਰ ਪਤਾਮਾ। ਕਿਉਂਕਿ ਇਹਨਾਂ ਦੇ ਦਾਦਾ ਜੀ ਨੇ ਮੇਰੇ ਦਾਦੇ ਨੂੰ ਕਰਨ ਮੈਂ ਮਾਰ ਪੜਿਓ ਜਮਤਾਮਾ। ਰਣ ਦੇ ਵਿੱਚ ਮਾਰ ਦਿੱਤਾ ਸੀ, ਜਮਾਂ ਦੀ ਪੂਰੀ ਪਹੁੰਚਾ ਦਿੱਤਾ ਸੀ ਪੈਂਦੇ ਖਾਨ ਨੂੰ। ਸੋ ਸਿਮਰਤ ਯਾਰ ਮੋਹੇ ਸੁਨਾਵੇ। ਸਤਿਗੁਰੂ ਜੀ ਉਹ ਯਾਦ ਕਰ ਰਹੇ ਆ ਤੇ ਮੈਨੂੰ ਸੁਣਾ ਕੇ ਯਾਦ ਕਰਵਾਉਂਦੇ ਹਨ, ਚੇਤੇ ਕਰਾਉਂਦੇ ਹਨ। ਕਿਆ ਕਾਰਨ ਕੁਛ ਲਗਿਓ ਨਾ ਜਾਵੇ। ਪਰ ਇਹਦਾ ਕਾਰਨ ਕੀ ਹੈ? ਇਹਦਾ ਕਾਰਨ ਕੁਝ ਜਾਣਿਆ ਨਹੀਂ ਜਾਂਦਾ। ਜਥਾ ਜੋਗ ਭਾਖੈ ਬਚ ਭਲਾ। ਔਰ ਸਤਿਗੁਰ ਸੱਚੇ ਪਾਤਸ਼ਾਹ ਜੀ ਜਥਾ ਜੋਗ ਜਿਹੜੇ ਯੋਗ ਬਚਨ ਹੁੰਦੇ ਆ ਤੇ ਭਲੇ ਬਚਨ ਹੁੰਦੇ ਆ, ਉਹ ਹਮੇਸ਼ਾ ਕਰਦੇ ਹਨ। ਹੋਏ ਕਪੂਤ ਜੋ ਲੈ ਨਾ ਬਦਲਾ। ਬਾਕੀ ਜਿਹੜੀ ਗੱਲ ਇਹ ਕਹਿ ਰਹੇ ਆ ਵੀ ਉਹ ਤਾਂ ਫਿਰ ਖੋਟਾ ਪੁੱਤ ਹੁੰਦਾ, ਕਪੁੱਤ ਹੁੰਦਾ ਜਿਹੜਾ ਬਦਲਾ ਨਾ ਲਵੇ। ਇਤਿਆਦਿਕ ਵਿਚਾਰ ਬਹੁਤ ਰਹਿਓ। ਇਤਿਆਦਿਕ ਮਨ ਦੇ ਵਿੱਚ ਵਿਚਾਰਾਂ ਕਰਦਾ ਰਿਹਾ ਪਠਾਨ। ਨਹਿ ਮਾਰਨ ਕੋ ਨਿਚੈ ਰਹਿਓ। ਤੇ ਸਾਧ ਸੰਗਤ ਜੀ ਨੇ ਮਨ ਦੇ ਵਿੱਚ ਇਹ ਨਿਸ਼ਚਾ ਨਾ ਕੀਤਾ ਕੋਈ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਮੈਨੂੰ ਮਾਰਨਾ ਚਾਹੀਦਾ ਹੈ। ਇਕ ਦੋਏ ਬਾਜੀ ਖੇਲ ਹਟਾਈ। ਇਉਂ ਇੱਕ ਦੋ ਬਾਜ਼ੀਆਂ ਚੌਪੜ ਦੀਆਂ ਲਾ ਕੇ ਸਤਿਗੁਰੂ ਜੀ ਨੇ ਖੇਡ ਖਤਮ ਕਰ ਦਿੱਤੀ। ਪੁਨ ਚੌਪਰ ਕੋ ਦੀਨ ਉਠਾਈ। ਫਿਰ ਸੇਵਕਾਂ ਨੂੰ ਕਹਿ ਕੇ ਚੌਪੜ ਉੱਥੋਂ ਚੁਕਵਾ ਦਿੱਤਾ। ਆਦ ਸਤ ਸ਼ਤਰੂ ਹੋਏ ਪਾਸੀ। ਫਿਰ ਬਚਨ ਕਰਦੇ ਆ, ਕਹਿੰਦੇ ਹੱਥ ਵਿੱਚ ਸ਼ਾਸਤਰ ਹੋਵੇ ਤੇ ਦੁਸ਼ਮਣ ਕੋਲ ਹੋਵੇ। ਹੋਏ ਕਪੂਤ ਕਰ ਸਕੈ ਨਾ ਨਾਛੀ। ਕਹਿੰਦੇ ਦੁਸ਼ਮਣ ਦਾ ਨਾਸ਼ ਨਾ ਕਰ ਸਕੇ, ਉਹ ਤਾਂ ਕਹਿੰਦੇ ਖੋਟਾ ਪੁੱਤ ਹੈ, ਕਪੁੱਤ ਹੀ ਹੁੰਦਾ ਹੈ। ਜੇ
ਕੁਲੀਨ ਟਾਰਤ ਨੇ ਕਾਲਾ। ਕਹਿੰਦੇ ਜਿਹੜਾ ਕਿਸੇ ਚੰਗੀ ਵੰਸ਼ ਦਾ, ਚੰਗੇ ਖਾਨਦਾਨ ਦਾ ਨਾ, ਉਹ ਤਾਂ ਕਹਿੰਦੇ ਇਹੋ ਜਿਹਾ ਸਮਾਂ ਟਾਲਦਾ ਨਹੀਂ। ਮਾਰ ਲੇਤ ਹੈ ਕਰਤੋ ਤਾਲਾ। ਉਹ ਤਾਂ ਤੁਰੰਤ ਹੀ ਮਾਰ ਲੈਂਦਾ ਦੁਸ਼ਮਣ ਨੂੰ, ਦੇਰੀ ਨਹੀਂ ਕਰਦਾ। ਸੁਨ ਪਠਾਨ ਕੈ ਕੋਪ ਕਨੇਰੇ। ਜਦੋਂ ਪਠਾਨ ਨੇ ਬਾਰ-ਬਾਰ ਆ ਬਚਨ ਸੁਣੇ ਤਾਂ ਮਨ ਦੇ ਵਿੱਚ ਇਹਦੇ ਗੁੱਸਾ ਆ ਗਿਆ। ਜਦਾ ਸਰਪ ਸੁਭਤੇ ਕਉ ਜਿਵੇਂ ਕੋਈ ਸੁੱਤੇ ਹੋਏ ਸੱਪ ਨੂੰ ਛੇੜਦਾ ਹੈ, ਜਿਵੇਂ ਗਜ ਖੂਨੀ ਤੋਮਰ ਫੇਰੇ। ਜਿਵੇਂ ਖੂਨੀ ਹਾਥੀ ਹੋਵੇ ਤੇ ਉਹਨੂੰ ਕੋਈ ਵਰਸ਼ਾ ਦਿਖਾ ਕੇ ਉਹਨੂੰ ਪ੍ਰੇਰਦਾ, ਛੇੜਦਾ ਹੈ। ਕੰਕਰ ਸੋ ਜਿਨ ਕੇ ਹਰ ਛੇੜੈ। ਜਿਵੇਂ ਕੋਈ ਸ਼ੇਰ ਬੈਠਾ ਹੋਵੇ ਉਹਦੇ ਕੰਕਰ ਇੱਟਾਂ ਵੱਟੇ ਮਾਰ ਕੇ ਉਹਨੂੰ ਛੇੜ ਲਵੇ ਕੋਈ। ਤਿਮ ਪਠਾਨ ਲੈ ਦੀਰਘ ਸਵਾਸਾ। ਇਉਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜਦੋਂ ਵਾਰ-ਵਾਰ ਇਹੋ ਜਿਹੇ ਬਚਨ ਕਹਿ ਕੇ ਉਹਨੂੰ ਛੇੜਿਆ ਤਾਂ ਇਹ ਪਠਾਨ ਨੇ ਇੱਕ ਵਾਰ ਡੂੰਘਾ ਸਾਹ ਲਿਆ। ਸੋਚਤ ਰਹਿਓ ਤਉ ਗੁਰ ਪਾਸਾ। ਇਹ ਸੋਚਣ ਲੱਗ ਪਿਆ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਕੋਲ ਬੈਠਾ। ਜਾਨਾ ਸਮਾ ਜਾਣ ਕੋ ਧਾਮੋ। ਫਿਰ ਇਹਨੇ ਜਾਣਿਆ ਕਿ ਮੇਰਾ ਘਰ ਜਾਣ ਦਾ ਸਮਾਂ ਹੋ ਗਿਆ ਹੈ। ਉਠਿਓ ਕੋ ਬਦਰ ਕਪੀ ਨ ਸਲਾਨੋ। ਇਹ ਉੱਠਿਆ ਬੜੇ ਗੁੱਸੇ ਦੇ ਵਿੱਚ, ਨੇਤਰਾਂ ਦੇ ਵਿੱਚ ਇਹਦੇ ਗੁੱਸਾ ਹੈ ਤੇ ਸਤਿਗੁਰੂ ਜੀ ਨੂੰ ਨਮਸਕਾਰ ਕਰਕੇ ਚਲੇ ਗਿਆ। ਮੁਖ ਨਾ ਦੇ ਤੁਧ ਕੈ ਮਨ ਫਿਰਿਓ। ਔਰ ਇਹਦਾ ਮਨ ਫਿਰ ਗਿਆ, ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਸਾਹਮਣੇ ਦੇਖਣਾ ਇਹਨੂੰ ਭਾਇਆ ਨਾ। ਤਬੈ ਨਾਮ ਦਿਵਾਨ ਕਰਿਓ। ਉਸ ਵੇਲੇ ਸਾਧ ਸੰਗਤ ਜੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਨਿੱਤਾ ਪ੍ਰਤੀ ਦੀ ਤਰ੍ਹਾਂ ਇਸ ਨੂੰ ਇਨਾਮ ਦਿਵਾਇਆ। ਪੰਜ ਰਜਤ ਪਣ ਲੈ ਚਲੇ ਆਇਓ। 5 ਚਾਂਦੀ ਦੇ ਰੁਪਈਏ ਲੈ ਕੇ ਇਹ ਵਾਪਸ ਆ ਗਿਆ ਪਠਾਨ। ਚਿਤ ਚਿੰਤਾ ਬੜ ਨਦੀ ਬਹਾਇਓ। ਪਰ ਇਹਦੇ ਚਿੱਤ ਦੇ ਵਿੱਚ ਚਿੰਤਾ ਦੀ ਨਦੀ ਵਹਿਣ ਲੱਗ ਪਈ। ਬੜਾ ਇਹਦੇ ਮਨ ਵਿੱਚ ਫਿਕਰ ਹੋਇਆ। ਬੈਠਿਓ ਜਨਨੀ ਕੇ ਟਿਕ ਜਾਇਓ। ਜਾ ਕੇ ਆਪਣੀ ਜਨਨੀ, ਆਪਣੀ ਜਨਮ ਦੇਣ ਵਾਲੀ ਮਾਤਾ ਦੇ ਕੋਲ ਜਾ ਬੈਠਾ। ਮੈਂ ਬੋਲਤ ਮਨ ਮਨੋ ਹਰਾਇਓ। ਬੋਲਦਾ ਨਹੀਂ ਹੈ, ਇਉਂ ਲੱਗਦਾ ਹੈ ਜਿਵੇਂ ਇਹਦੇ ਮਨ ਨੇ ਹਾਰ ਮੰਨ ਲਈ ਹੋਵੇ। ਭੋਜਤ ਏ ਸਦ ਕਿਉ ਅਨ ਮਾਨਿਓ। ਉਸ ਵੇਲੇ ਦੀ ਮਾਤਾ ਪੁੱਛਦੀ ਹੈ, ਹੇ ਪੁੱਤਰ, ਕਹਿੰਦੀ ਕਿਉਂ ਤੂੰ ਅਨਮੰਨੇ ਜੇ ਮਨ ਦੇ ਨਾਲ ਬੈਠਾ ਹੈ, ਇੰਨਾ ਉਦਾਸ ਕਿਉਂ ਹੈ? ਤਾਂ ਬਗਾਰਿਓ ਕਾਰਜ ਕਨ। ਕੀ ਤੇਰਾ ਕਿਸੇ ਨੇ ਕੋਈ ਵੱਡਾ ਕੰਮ ਵਿਗਾੜ ਦਿੱਤਾ ਹੈ? ਨਹੀਂ ਬਦਨ ਪੂਰਬ ਹਮ ਏਰੋ। ਤੇਰਾ ਚਿਹਰਾ ਜਿਵੇਂ ਪਹਿਲਾਂ ਖਿੜਿਆ ਖਿੜਿਆ ਹੁੰਦਾ ਸੀ ਨਾ, ਉਹੇ ਜਿਹਾ ਚਿਹਰਾ ਨਹੀਂ ਅੱਜ ਮੈਂ ਦੇਖ ਰਹੀ। ਚਿੰਤਾ ਵਸੀ ਕਾਂਚ ਤਪੇਰੋ ਤੇਰੋ। ਤੇਰੇ ਮਨ ਦੇ ਵਿੱਚ, ਤੇਰੇ ਚਿੱਤ ਦੇ ਵਿੱਚ ਕਿਹੜੀ ਚਿੰਤਾ ਵਸੀ ਹੋਈ ਹੈ? ਸੁਣ ਮਾਤਾ ਤੇ ਸਰਬ ਕਰਤੰਤਾ। ਆਪਣੀ ਮਾਤਾ ਤੋਂ ਸੁਣ ਕੇ ਇਹਨੇ ਸਾਰਾ ਹਾਲ ਦੱਸਿਆ ਹਰਿ ਸੁਨਾਮਨੇ ਪਰਮ ਤੰਤਾ। ਤੇ ਆਪਣਾ ਜਿਹੜਾ ਫੈਸਲਾ ਸੀ, ਆਪਣਾ ਸਲਾਹ ਮਸ਼ਵਰਾ, ਆਪਣਾ ਮਤ ਇਹਨੇ ਦੱਸ ਦਿੱਤਾ। ਹਮ ਪਠਾਨ ਕੇ ਪੂਤ ਗੁਸਲੇ। ਕਹਿਣ ਲੱਗਾ, ਮਾਤਾ ਅਸੀਂ ਜਿਹੜੇ ਪਠਾਣਾਂ ਦੇ ਪੁੱਤਰ ਹਾਂ ਬੜੇ ਗੁੱਸੇਖੋਰ ਹੁੰਦੇ ਹਾਂ। ਸ੍ਰੀ ਗੁਰ ਪੂਰਬ ਬਾਤ ਚਟਲੇ। ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਪੂਰਬਲੀ ਗੱਲ ਜਿਹੜੀ ਹੈ ਮੇਰੇ ਦਾਦੇ ਦੇ ਕਤਲ ਦੀ, ਜੋ ਇਹਨਾਂ ਦੇ ਦਾਦੇ ਨੇ ਕੀਤਾ, ਸੋ ਉਹ ਚਿਤਾਰਦੇ ਹਨ ਵਾਰ-ਵਾਰ। ਬੈਨ ਬਾਣ ਤੇ ਬੀਦਨ ਕੀਨਾ। ਔਰ ਸਤਿਗੁਰੂ ਜੀ ਦੇ ਤਿੱਖੇ ਤੀਰਾਂ ਵਰਗੇ ਉਹੋ ਜਿਹੇ ਬਚਨ ਉਹਨਾਂ ਨੇ ਆਖਿਆ, ਮੇਰਾ ਮਨ ਵਿੰਨਿਆ ਗਿਆ। ਸੇਵ ਕਰੇ ਜੇ ਮੈਂ ਕਰ ਦੀਨਾ। ਇੰਨੇ ਕਰੜੇ ਬਚਨ ਸਤਿਗੁਰੂ ਨੇ ਬੋਲੇ, ਇੰਨੇ ਕਠੋਰ ਬਚਨ ਬੋਲੇ ਆ, ਮੇਰੇ ਤਾਂ ਮਨ ਦੇ ਵਿੱਚ ਛੇਕ ਹੋ ਗਿਆ। ਬਾਤ ਕਰਤ ਮੈਂ ਸੋਚਤ ਰਹਿਓ। ਕਹਿੰਦਾ ਮੈਂ ਮਨ ਦੇ ਵਿੱਚ ਇਹ ਸੋਚਦਾ ਰਿਹਾ ਕਿ ਕਿਵੇਂ ਸਤਿਗੁਰੂ ਦਾ ਕਤਲ ਕਰ ਦੇਵਾਂ। ਕਈ ਵਾਰ ਮੋਸ ਅਸ ਕਹਿਓ। ਕਿਉਂਕਿ ਇੱਕ ਵਾਰ ਨਹੀਂ, ਸਤਿਗੁਰੂ ਨੇ ਕਈ ਵਾਰ ਮੈਨੂੰ ਇਹ ਕਹਿ ਦਿੱਤਾ ਹੈ। ਸੁਣਦ ਪਠਾਣੀ ਸੁਧ ਕੋ ਵਰਜਿਓ। ਜਦੋਂ ਪਠਾਣੀ ਨੇ ਇਹਦੀ ਮਾਂ ਨੇ ਸੁਣਿਆ ਤਾਂ ਉਸ ਵੇਲੇ ਆਪਣੇ ਪੁੱਤ ਨੂੰ ਉਹਨੇ ਵਰਜਿਆ, ਡਾਂਟਿਆ। ਮਾਰਨ ਮਰਨ ਤੇ ਚਿਤ ਦਰਜਿਓ। ਕਹਿੰਦੀ ਪੁੱਤ ਆ ਮਾਰਨ ਦੀਆਂ ਗੱਲਾਂ ਨਹੀਂ ਕਰੀਦੀਆਂ ਹੁੰਦੀਆਂ, ਤੇਰੀਆਂ ਮਾਰਨ ਵਾਲੀਆਂ ਗੱਲਾਂ ਦੇ ਨਾਲ ਮੇਰਾ ਚਿੱਤ ਲਰਜ ਗਿਆ, ਕੰਬ ਗਿਆ ਹੈ। ਗੁਰ ਕੋ ਕਹਿਣ ਦਿਓ ਜਿਮ ਕਹੇ। ਕਹਿੰਦੀ ਗੁਰੂ ਸਾਹਿਬ ਇਹ ਜਿਹੜੇ ਸਾਧੂ ਫਕੀਰ ਹੁੰਦੇ ਆ ਨਾ, ਪੀਰ ਫਕੀਰ, ਇਹ ਆਪਣੀ ਮੌਜ ਦੇ ਮਾਲਕ ਹੁੰਦੇ ਆ, ਜਿਵੇਂ ਉਹ ਕਹਿੰਦੇ ਆ ਉਹਨਾਂ ਨੂੰ ਕਹੀ ਜਾਣ ਦਿਓ। ਸਦਾ ਪਾਲ ਤੇ ਹਮ ਕੋ ਰਹੀ। ਤੇ ਦੂਜੀ ਗੱਲ ਇਹ ਵੀ ਜਾਣ ਵੀ ਜੇ ਤੇਰੇ ਦਾਦੇ ਦਾ ਕਤਲ ਹੋਇਆ ਸੀ ਤੇ ਉਹਨਾਂ ਨੂੰ ਪਾਲਦੇ ਵੀ ਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪ ਹੀ ਰਹੇ ਸੀ।
ਔਰ ਹੁਣ ਤੱਕ ਆ ਤੈਨੂੰ ਵੀ ਦੇਖ ਕਿੰਨੇ ਇਨਾਮ ਖਨਾਮ ਦਿੰਦੇ ਐ। ਸਾਨੂੰ ਤਾਂ ਮੁੱਢ ਤੋਂ ਲੈ ਕੇ ਸਤਿਗੁਰੂ ਸਾਹਿਬ ਪਾਲਦੇ ਰਹੇ ਹਨ। ਸੁਣ ਕੈ ਸੋਨਾ ਮ੍ਰਿਦ ਬਚਨ ਕਹੋ। ਸੁਣ ਕੇ ਗੁੱਸਾ ਨਾ ਕਰ ਸਤਿਗੁਰੂ ਦੇ ਬਚਨਾਂ ਦਾ, ਸਗੋਂ ਅੱਗੇ ਮਿੱਠੇ ਮਿੱਠੇ ਬੋਲ ਉਹਨਾਂ ਨੂੰ। ਗੁਰ ਸੋ ਸੰਤ ਸਦਾ ਸੁਖ ਲਓ। ਔਰ ਗੁਰੂ ਸਾਹਿਬ ਜੀ ਤੋਂ ਸਦਾ ਹੀ ਕਹਿੰਦੇ ਸੁੱਖ ਪ੍ਰਾਪਤ ਕਰ। ਅਲਪ ਬੈ ਤੂੰ ਤਰਨ ਨ ਪਇਓ। ਬਾਕੀ ਤੇਰੀ ਉਮਰ ਵੀ ਹਲੇ ਦੇਖ ਕਿੰਨੀ ਛੋਟੀ ਆ, ਹਲੇ ਤਾਂ ਤੂੰ ਪੂਰਾ ਜਵਾਨ ਵੀ ਨਹੀਂ ਹੋਇਆ। ਜੋ ਜੀਵਨ ਆਪਣੇ ਹਿਤ ਲਇਓ। ਇਸ ਕਰਕੇ ਮਰਨ ਮਾਰਨ ਦੀਆਂ ਗੱਲਾਂ ਨਾ ਕਰ, ਜੀਵਨ ਚਾਹ, ਜ਼ਿੰਦਗੀ ਨੂੰ ਮਾਣ, ਆਪਣਾ ਭਲਾ ਜਾਣ ਇਸੇ ਵਿੱਚ। ਜੋ ਗੁਰ ਕੈ ਤੀਰਥ ਕਰ। ਜਿਹੜੇ ਸਤਿਗੁਰ ਸੱਚੇ ਪਾਤਸ਼ਾਹ ਜੀ ਬਚਨ ਕਹਿੰਦੇ ਆ ਨਾ, ਸੋ ਕਹਿੰਦੇ ਉਹਨਾਂ ਨੂੰ ਜੋ ਸ੍ਰੀ ਗੁਰੂ ਕੇ ਤੀਰ ਬਗਾਰੈ। ਹਾਂ, ਜਿਹੜੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਕੋਲ ਬਹਿਣਾ ਉਹਨਾਂ ਦੇ ਨਾਲ ਵਿਗਾੜ ਨਾ ਪਾ। ਸਿੰਘ ਅਨੇਕ ਤੁਰਤ ਹੀ ਮਾਰੈ। ਔਰ ਜੇ ਤੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਕੁਝ ਵਿਗਾੜਨਾ ਚਾਹੇਗਾ ਤਾਂ ਅਨੇਕਾਂ ਸਿੰਘ ਸਤਿਗੁਰੂ ਦੇ ਕੋਲ ਹੁੰਦੇ ਆ, ਤੁਰੰਤ ਤੈਨੂੰ ਮਾਰ ਦੇਣਗੇ। ਤੁਝ ਕੋ ਦੇਖ ਦਰ ਬਿਹਤ ਕਰੈ। ਤੇ ਦੇਖ ਤੈਨੂੰ ਰੋਜ਼ਾਨਾ ਸਤਿਗੁਰ ਸੱਚੇ ਪਾਤਸ਼ਾਹ ਜੀ ਕਿੰਨਾ ਧਨ ਦਿੰਦੇ ਹਨ। ਹਸਤ ਹੋਏ ਕੁਛ ਕੋਪ ਨਾ ਕਰੈ। ਉਹ ਐਵੇਂ ਹੱਸਦੇ ਹੋਣਗੇ, ਤੈਨੂੰ ਮਜ਼ਾਕ ਕਰਦੇ ਹੋਣਗੇ, ਕੋਈ ਗੁੱਸਾ ਨਾ ਕਰ। ਨਾਲੇ ਤੈਨੂੰ ਉਹਨਾਂ ਨੇ ਕੁਝ ਗੁੱਸੇ ਨਾਲ ਨਹੀਂ ਕਿਹਾ ਹੋਣਾ। ਇਤਿਆਦਿਕ ਬਾਤੋ ਸਮਝਾਇਓ। ਇਤਿਆਦਿਕ ਬਹੁਤ ਗੱਲਾਂ ਬਾਤਾਂ ਕਰਕੇ ਮਾਂ ਨੇ ਇਸ ਪਠਾਨ ਨੂੰ ਸਮਝਾਇਆ, ਆਉ ਨ ਤਿਸਨੇ ਮਨ ਠਹਿਰਾਇਓ। ਪਰ ਫਿਰ ਵੀ ਇਹਦਾ ਮਨ ਨਾ ਠਹਿਰਿਆ, ਇਹਦਾ ਮਨ ਟਿਕਾਣੇ ਨਾ ਆਇਆ। ਚਿਤ ਵਿਤ ਚਿਤ ਸੁਭਤਿਓ ਪਲ ਰਾਤੀ। ਸਾਰੀ ਰਾਤ ਵੀ ਇਹਦੀ ਐਉਂ ਮਨ ਦੇ ਵਿੱਚ ਚਿਤਵਨੀਆਂ ਚਿਤਵਦੇ ਦੀ ਲੰਘ ਗਈ, ਐਉਂ ਹੀ ਸੌਂ ਗਿਆ ਸੋਚਾਂ ਸੋਚਦਾ। ਚਿਤ ਮੈਂ ਲੜਕਤ ਉਠਤਿਓ ਪ੍ਰਾਤੀ। ਜਦੋਂ ਸਵੇਰ ਵੇਲੇ ਇਹ ਉੱਠਿਆ ਤਾਂ ਉੱਠਦੇ ਦੇ ਫੇਰ ਮਨ ਦੇ ਵਿੱਚ ਸਤਿਗੁਰੂ ਦੇ ਉਹ ਬੋਲ ਰੜਕਦੇ ਹਨ ਭੋਗ ਜਨਮ ਭਾਗਿਓ ਕੋ ਪਾਰੀ ਵਾਰੀ। ਕਿ ਸਤਿਗੁਰ ਸੱਚੇ ਪਾਤਸ਼ਾਹ ਨੇ ਮੇਰੇ ਜੀਵਨ ਨੂੰ ਧਰਕਾਰ ਦੇ ਲਾਹਣਤ ਦੇ ਜੋ ਕਈ ਵਾਰੀ ਆਖਿਆ, ਭੂਤਕ ਭੂਤਕ ਨ ਸੁਨਾਇਓ ਚਾਰੀ। ਤੇ ਸੁਣਾ ਕੇ ਮੈਨੂੰ ਇਹ ਗੱਲ ਆਖੀ ਹੈ ਵੀ ਜਿਹੜਾ ਆਪਣੇ ਪਿਓ ਦਾਦੇ ਦਾ ਬਦਲਾ ਨਾ ਲਵੇ ਉਹ ਤਾਂ ਖੋਟਾ ਪੁੱਤ ਹੁੰਦਾ, ਉਹ ਕਪੁੱਤ ਹੁੰਦਾ ਹੈ। ਖਾਨ ਪਾਨ ਕਰ ਦਿਵਸ ਗੁਜ਼ਾਰਾ। ਇਉਂ ਇਹਨੇ ਖਾਣ ਪਾਣ ਕਰਕੇ ਕੁਝ ਖਾ ਪੀ ਕੇ ਦਿਨ ਲੰਘਾਇਆ। ਧਰਿਓ ਦੁਪਹਿਰੇ ਸਮੋ ਨਿਹਾਰ। ਦੁਪਹਿਰ ਢਲ ਗਈ ਤੇ ਜਦੋਂ ਦੁਪਹਿਰ ਢਲਣ ਤੋਂ ਬਾਅਦ ਦਾ ਸਮਾਂ ਦੇਖਿਆ, ਏਕ ਜਾਮ ਦਿਨ ਤੇ ਚਲ ਗਇਓ। ਇੱਕ ਪਹਿਰ ਦਿਨ ਤਾਂ ਉਸ ਵੇਲੇ ਚੱਲ ਕੇ ਸਤਿਗੁਰੂ ਕੋਲ ਪਹੁੰਚਿਆ। ਸਲਾਮ ਕੋ ਹੇਲਤ ਪਇਓ। ਸਤਿਗੁਰੂ ਜੀ ਨੂੰ ਜਾ ਕੇ ਸਲਾਮ ਕੀਤੀ, ਨਮਸਕਾਰ ਕੀਤੀ ਤੇ ਦੇਖਣ ਲੱਗਾ। ਭਾਵੀ ਤੇਰਿਓ ਦਰਸ਼ਨ ਕੀਨ। ਔਰ ਇਹਦੀ ਭਾਵੀ ਜਿਹੜੀ ਕਿਸਮਤ ਹੈ, ਉਹ ਹੋਣਹਾਰ ਹੈ, ਉਹਨੇ ਇਹਨੂੰ ਪ੍ਰੇਰਨਾ ਕਰਕੇ ਲੈ ਕੇ ਆਂਦਾ ਹੈ, ਕਿਉਂਕਿ ਇਹਦਾ ਅੰਤ ਵੀ ਹੋਣਾ ਨਾ। ਇਸ ਕਰਕੇ ਇਹਦੀ ਜਿਹੜੀ ਭਾਵੀ ਦਾ ਪ੍ਰੇਰਿਆ ਹੋਇਆ ਇਹ ਇੱਥੇ ਆ ਗਿਆ। ਸ੍ਰੀ ਪ੍ਰਭੂ ਕੈ ਆਦਰ ਦੀਨ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਬੜਾ ਆਦਰ ਸਤਿਕਾਰ ਦਿੱਤਾ, ਇਹਨੂੰ ਬਿਠਾਇਆ। ਨਿਕਟ ਬਿਠਾਏ ਸਰਾਹਨ ਲਾਗੇ। ਸਤਿਗੁਰੂ ਨੇ ਆਪਣੇ ਸਰਾਣੇ ਦੇ ਨੇੜੇ ਬਿਠਾ ਲਿਆ ਇਸ ਨੂੰ। ਆਨਨ ਬੰਸਨਾ ਤਜਰਨ ਭਾਗੇ। ਔਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਆਖਿਆ ਕਿ ਜਿਹੜੀ ਖਾਨਾਂ ਦੀ ਬੰਸ ਆ ਨਾ, ਪਠਾਣਾਂ ਦੀ ਕੁਲ ਹੈ, ਪਠਾਣਾਂ ਦਾ ਖਾਨਦਾਨ ਹੈ, ਉਹ ਕਹਿੰਦੇ ਕਦੇ ਵੀ ਰਣ ਛੱਡ ਕੇ ਨਹੀਂ ਭੱਜਦੇ। ਲੜਤੇ ਕਰ ਹੈ ਪ੍ਰਾਣ ਨਾ ਪਿਆਰੇ। ਔਰ ਜਦੋਂ ਲੜਦੇ ਐ ਫਿਰ ਪੂਰਾ ਜੂਝਦੇ ਹੋਏ ਲੜਦੇ ਐ, ਤਨਦੇਹੀ ਨਾਲ ਲੜਦੇ ਆ, ਆਪਣੇ ਪ੍ਰਾਣਾਂ ਨੂੰ ਪਿਆਰੇ ਨਹੀਂ ਜਾਣਦੇ। ਕੜ ਬਾਪਨ ਕੋ ਨਹੀਂ ਸਾਰੇ। ਔਰ ਜੇ ਕੋਈ ਇਹਨਾਂ ਨੂੰ ਕੌੜਾ ਬਚਨ ਆਖੇ ਨਾ ਤੇ ਉਹਦੇ ਬਚਨਾਂ ਨੂੰ ਇਹ ਸਹਾਰਦੇ ਨਹੀਂ। ਕਦੋਂ ਸਮਾ ਉਦਕ ਬਨ ਜਾਵੇ। ਹਾਂ, ਜੇ ਕਹਿੰਦੇ ਅਚਨਚੇਤ ਕੋਈ ਇਸ ਤਰ੍ਹਾਂ ਦਾ ਕਦੇ ਸਮਾਂ ਬਣ ਆਵੇ, ਸ਼ਤਰ ਸਭਾ ਮੈਂ ਰਿਪ ਕੋ ਕਾਮੈ। ਕੋਈ ਉਹਨਾਂ ਨੂੰ ਕੌੜੇ ਬਚਨ ਆਖੇ ਵੀ ਨਾ ਤੇ ਭਾਵੇਂ ਸਭਾ ਵੀ ਲੱਗੀ ਹੋਵੇ, ਸ਼ਸਤਰ ਫੜ ਕੇ ਵੈਰੀ ਨੂੰ ਮਾਰ ਦਿੰਦੇ ਹਨ। ਐਸੀ ਬਾਤਨ ਤੇ ਦਰਮਾਏ। ਇਹੋ ਜਿਹੇ ਬਚਨ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਇਹਨੂੰ ਭਰਮਾਉਂਦੇ ਹਨ। ਸੁਨ ਚੌਪਰ ਕੋ ਦਈ
ਵਿਛਾਏ। ਫਿਰ ਖੇਡਣ ਵਾਸਤੇ ਚੌਪੜ ਦੀ ਖੇਡ ਵਿਛਾ ਦਿੱਤੀ ਗਈ। ਖੇਡਤ ਬਾਜੀ ਨਰਦ ਬਿਹਾਰੈ। ਬਾਜ਼ੀਆਂ ਖੇਡਦੇ ਹਨ ਤੇ ਨਰਦਾਂ ਇੱਕ ਦੂਜੇ ਦੀਆਂ ਮਾਰਦੇ ਹਨ ਖੇਡਦੇ ਹੋਏ। ਖਟ ਬਾਕਨ ਤੇ ਤੁਰਕੋ ਚਾਰੈ। ਉਸ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਤਰਕ ਮਾਰਦਿਆਂ ਹੋਇਆਂ ਫਿਰ ਬਚਨ ਕਠੋਰ ਆਖੇ। ਪਿਤਾ ਪਤਾਮੇ ਦੇ ਨ ਬਦਲਾ। ਪਿਓ ਦਾਦੇ ਦਾ ਜਿਹੜਾ ਬਦਲਾ ਨਾ ਲਵੇ। ਲੋਕ ਜਨਮ ਤੇ ਕਾਇ ਕੰਦਿਲਾ। ਕਹਿੰਦੇ ਉਸ ਕਾਇਰ ਮਨੁੱਖ ਨੂੰ, ਉਸ ਡਰਪੋਕ ਮਨੁੱਖ ਨੂੰ ਕਹਿੰਦੇ ਥੁੱਕਾਂ ਪੈਣੀਆਂ ਚਾਹੀਦੀਆਂ। ਉਹਦਾ ਜਨਮ ਲਾਹਨਤਾਂ ਦੇ ਯੋਗ ਹੈ। ਡਰੇ ਮਰਨ ਤੇ ਲਾਨਤ ਥੀਂਦੀ। ਜਿਹੜਾ ਕਹਿੰਦੇ ਮਰਨ ਤੋਂ ਹੀ ਡਰਦਾ ਰਹੇ ਉਹਨੂੰ ਤਾਂ ਲਾਹਨਤਾਂ ਹਨ। ਕਿਉ ਜਨਮਿਓ ਜਨਨੀ ਤੇ ਕੀਤੀ। ਕਹਿੰਦੇ ਇਹੋ ਜਿਹਾ ਪੁੱਤ ਕਹਿੰਦੇ ਮਾਂ ਨੇ ਜੰਮੇ ਹੀ ਕਿਉਂ ਸੀ, ਉਹ ਗੀਦੀ ਕਾਇਰ ਗਿੱਦੜ ਵਰਗਾ। ਨਹੀਂ ਸੂਰਮੇ ਕੋ ਸਤ ਸੋਈ। ਸਤਿਗੁਰੂ ਕਹਿੰਦੇ ਮੈਂ ਨਹੀਂ ਮੰਨਦਾ ਵੀ ਉਹ ਸੂਰਮੇ ਦਾ ਪੁੱਤ ਹੈ। ਦਿਲ ਗੀਦੀ ਤੇ ਪਰਖਣ ਹੋਈ। ਕਿਉਂਕਿ ਕਹਿੰਦੇ ਦਿਲ ਤੋਂ ਪਤਾ ਲੱਗ ਜਾਂਦਾ ਵੀ ਜਿਹਦਾ ਦਿਲ ਗਿੱਦੜ ਵਰਗਾ ਪਰਖ ਹੋ ਜਾਂਦੀ ਹੈ। ਕਹੈ ਪ੍ਰਾਣ ਪ੍ਰੇਮਾਰਨ ਮਰੈ। ਕਹਿੰਦੇ ਪ੍ਰਾਣਾਂ ਨੂੰ ਜਿਹੜਾ ਕਹਿੰਦੇ ਪਿਆਰੇ ਕਰਦਾ ਹੈ ਤੇ ਮਾਰਨ ਮਰਨ ਤੇ ਨਹੀਂ ਉਤਰਦਾ। ਲੋਕ ਜਨਮ ਕਿਉ ਆਜੁਦ ਧਰੈ। ਕਹਿੰਦੇ ਇਹੋ ਜਿਹਾ ਸ਼ਾਸਤਰ ਧਾਰੀ ਤੋਂ ਕਰਾਉਣਾ ਕੀ ਹੈ। ਕਹਿੰਦੇ ਤਰਕਾਰ ਹੈ ਉਹ ਇਹੋ ਜਿਹੇ ਸ਼ਾਸਤਰ ਧਾਰੀ ਨੂੰ ਜਿਹੜਾ ਬਦਲਾ ਨਹੀਂ ਲੈ ਸਕਦਾ। ਹਿਮ ਛੇਦਤ ਬਹੁ ਜਿਮ ਗਜ ਖੂਨੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਐਵੇਂ ਉਹਨੂੰ ਛੇੜਦੇ ਆ ਜਿਵੇਂ ਖੂਨੀ ਹਾਥੀ ਨੂੰ ਛੇੜਦੇ ਹੋਣ। ਜਾਗਤ ਰਸਮਨ ਦੂਨ ਚਾਲੀ। ਔਰ ਇਹਦੇ ਮਨ ਦੇ ਵਿੱਚ ਸਾਧ ਸੰਗਤ ਜੀ ਗੁੱਸਾ ਦੂਣਾ ਚਾਉਣਾ ਭੜਕ ਰਿਹਾ ਹੈ। ਦੋ ਕੜਕਾ ਜਗੋਂ ਦਿਨ ਰਹਿਓ। ਜਦੋਂ 2 ਘੜੀਆਂ ਦਿਨ ਬਾਕੀ ਰਹਿ ਗਿਆ ਚੌਪਰ ਤਰਿਓ ਤਰਨ ਕੋ ਰਹਿਓ ਚਾਹਿਓ। ਤੇ ਸਾਧ ਸੰਗਤ ਜੀ ਉਸ ਵੇਲੇ ਚੌਪਰ ਜਿਹੜਾ ਸੀ ਉਹ ਛੱਡ ਦਿੱਤਾ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਬਿਰਾਜਮਾਨ ਹੋਣਾ ਚਾਹੁੰਦੇ ਹਨ। ਗੁਲ ਖਾਂ ਸੁਣ ਸੁਣ ਧੀਰਜ ਛੁਰੈ। ਇਧਰ ਗੁਲ ਖਾਂ ਸਤਿਗੁਰੂ ਦੇ ਬਚਨ ਸੁਣ ਸੁਣ ਕੇ ਧੀਰਜ ਛੱਡ ਬੈਠਾ। ਤਕੈ ਮਾਰ ਕੇ ਗੁਰ ਕੀ ਓਰੈ। ਇਹ ਤੱਕਦਾ ਹੈ ਵੀ ਸਤਿਗੁਰੂ ਨੂੰ ਕਿਹੜੇ ਵੇਲੇ ਮਾਰ ਦੇਵਾਂ। ਜਗ ਤਕ ਕਰਤਾ ਤੈਨ ਖੜਗ ਸੰਭਾਰਿਓ। ਪਿਓ ਜਕੋ ਤਕੀ ਜੀ ਕਰਦਿਆਂ ਇਹਨੇ ਆਪਣੀ ਤਲਵਾਰ ਸੰਭਾਲ ਲਈ ਮਾਰਨ ਕੋ ਮਨ ਬਿਉਂਤ ਵਿਚਾਰਿਓ। ਤੇ ਮਾਰਨ ਵਾਸਤੇ ਸਤਿਗੁਰੂ ਨੂੰ ਮਨ ਵਿੱਚ ਬਿਉਂਤਾਂ ਗਿਣਨ ਲੱਗਿਆ। ਫੇਰ ਸਿੰਘ ਗਾਨੇ ਤੁਧ ਤਾਕੈ। ਸਾਰੇ ਸਿੰਘ ਇਹਨੇ ਦੇਖੇ ਵੀ ਇੱਧਰ ਉੱਧਰ ਤੁਰੇ ਫਿਰਦੇ ਹਨ। ਅਦੋਂ ਆਜ ਜਗ ਹੋਏ ਇਕਾਕੈ। ਇਹ ਕੁਝ ਦੇਰ ਵਾਸਤੇ ਰੁਕ ਗਿਆ। ਸੋਚਦਾ ਹੈ ਵੀ ਜਦੋਂ ਇਕੱਲੇ ਹੋਣਗੇ ਉਸ ਵੇਲੇ ਹੱਤਿਆ ਕਰਾਂਗਾ। ਪਟ ਸੋਦਰ ਅਰਦਾਸ ਉਚਾਰੀ। ਇੱਧਰ ਗੁਰੂ ਕੇ ਸਿੰਘਾਂ ਨੇ ਰਹਿਰਾਸ ਸਾਹਿਬ ਸੋਦਰ ਦਾ ਪਾਠ ਕੀਤਾ ਤੇ ਅਰਦਾਸ ਬੇਨਤੀ ਕੀਤੀ। ਸਭਨ ਗੁਰੂ ਕੋ ਬੰਦਨ ਧਾਰੀ। ਬੇਨਤੀ ਕਰਕੇ ਅਰਦਾਸ ਕਰਕੇ ਸਾਰਿਆਂ ਨੇ ਸਤਿਗੁਰੂ ਜੀ ਨੂੰ ਨਮਸਕਾਰ ਕੀਤੀ। ਰੁਖ ਲਗ ਕੈ ਨਿਜ ਨਿਜ ਥਲ ਗਏ। ਔਰ ਸਤਿਗੁਰੂ ਜੀ ਦਾ ਐਸਾ ਰੁਖ ਦੇਖ ਕੇ ਕਿ ਭਾਈ ਹੁਣ ਜਾਓ, ਸਾਰੇ ਆਪੋ ਆਪਣੇ ਟਿਕਾਣਿਆਂ ਤੇ ਸਿੱਖ ਚਲੇ ਗਏ। ਉਡਦ ਪਠਾਨ ਬਿਠਾਵਤ ਭਏ। ਇਧਰ ਸਤਿਗੁਰ ਸੱਚੇ ਪਾਤਸ਼ਾਹ ਜੀ ਉੱਠੇ ਤੇ ਪਠਾਨ ਨੂੰ ਆਪਣੇ ਕੋਲ ਬਿਠਾ ਲਿਆ। ਤੇਰੇ ਪਰਿਆੰਗ ਉਪਰੇ ਫੇਰ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਪਲੰਘੇ ਦੇ ਉੱਤੇ ਬੈਠ ਗਏ। ਇਕ ਜੰਦਰ ਲੀਨੇ ਕਰ ਫੇਰ। ਔਰ ਜਿਹੜੀਆਂ 2 ਕਟਾਰਾਂ ਪਾਲੀਪੁਰ ਵਾਲੇ ਜਿਹੜੇ ਸਿੱਖ ਭੇਟਾ ਕਰ ਗਏ ਸਨ ਉਹਨਾਂ ਵਿੱਚੋਂ ਇੱਕ ਕਟਾਰ ਸਤਿਗੁਰੂ ਨੇ ਆਪਣੇ ਹੱਥ ਵਿੱਚ ਲਈ। ਗੁਲ ਖਾਨ ਨਿਕਟੋਏ ਇਸ ਦੇਖ। ਤੇ ਕਹਿਣ ਲੱਗੇ ਗੁਲਖਾ ਨੇੜੇ ਹੋ ਕੇ ਆ ਕਟਾਰ ਨੂੰ ਦੇਖ। ਪਰ ਕੋ ਕੀਮਤ ਇਸੈ ਵਸੇਕ। ਕਹਿੰਦੇ ਇਹਦੀ ਕੀਮਤ ਦੇਖੇ ਤਾਂ ਬਹੁਤ ਕੀਮਤੀ ਹੈ। ਕਰ ਕੈ ਨਗਨ ਦਈ ਤਸਾਤ। ਮਿਆਨ ਵਿੱਚੋਂ ਕੱਢ ਕੇ ਨੰਗੀ ਕਰਕੇ ਉਹ ਕਟਾਰ ਇਸ ਪਠਾਨ ਦੇ ਹੱਥ ਦੇ ਦਿੱਤੀ ਸਤਿਗੁਰੂ ਨੇ। ਪੁਨ ਪ੍ਰੇਰਨ ਲਾਗੇ ਕਹਿਨਾਥ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਕਹਿ ਕੇ ਇਉਂ ਪ੍ਰੇਰਨ ਲੱਗੇ ਇਸ ਨੂੰ। ਸਰ ਪਦਰ ਕੋ ਬਦਲਾ ਲੈ ਮੈਂ। ਕਹਿੰਦੇ ਜਿਹੜਾ ਪਿਓ ਦਾਦੇ ਦਾ ਬਦਲਾ ਲੈ ਲਵੇ ਹੱਕ ਉਤਾਰ ਆਪਨੋ ਦੇਵੈ। ਕਹਿੰਦੇ ਉਹ ਫਿਰ ਆਪਣਾ ਬਣਦਾ ਹੱਕ ਉਤਾਰ ਦਿੰਦਾ ਹੈ। ਵੈਰੀ ਮਿਲੇ ਕਾਂਤ ਸਦਾਨੀ।
ਵੈਰੀ ਉਹਨੂੰ ਇਕਾਂਤ ਸਥਾਨ ਵਿੱਚ ਇਕੱਲੀ ਜਗ੍ਹਾ ਸੁਨਸਾਨ ਜਗ੍ਹਾ ਵਿੱਚ ਮਿਲਿਆ ਹੋਵੇ ਆਪ ਹੋਏ ਤਬ ਆਚੁਤ ਪਾਣੀ ਤੇ ਆਪਣੇ ਹੱਥ ਦੇ ਵਿੱਚ ਜਦੋਂ ਕਹਿੰਦੇ ਉਹ ਸੂਰਮੇ ਦੇ ਸ਼ਸਤਰ ਹੋਵੇ ਮਾਰੇ ਵਾ ਨਹੀਂ ਭੂਖ ਮੁਖ ਬਾਕੇ ਕਹਿੰਦੇ ਫਿਰ ਵੀ ਉਹ ਨਾ ਮਾਰੇ ਕਹਿੰਦੇ ਉਹਨੂੰ ਤਾਂ ਥੁੱਕਾਂ ਪੈਣੀਆਂ ਚਾਹੀਦੀਆਂ ਲਾਹਣਤਾਂ ਤਰਕਾਰ ਹੈ ਉਸ ਨੂੰ ਜੀਵਨ ਪਰ ਲਾਨਤ ਕਾਕੇ ਉਹਦੀ ਜ਼ਿੰਦਗੀ ਦੇ ਉੱਤੇ ਭਾਰੀ ਲਾਹਣਤ ਹੈ ਇਮ ਕੈ ਲੀਨੇ ਮੂੰਦ ਬਿਲੋਚਨ ਇਉਂ ਕਹਿ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇਤਰ ਬੰਦ ਕਰਕੇ ਬੈਠ ਗਏ ਅਮਲ ਪ੍ਰੀਮ ਜਾਏ ਜਮ ਚੋਕਣ ਜਿਵੇਂ ਅਫੀਮ ਦਾ ਅਮਲ ਸਾਧ ਸੰਗਤ ਜੀ ਅਮਲੀ ਨੂੰ ਹੁੰਦਾ ਹੈ ਉਹਨਾਂ ਨੂੰ ਝੋਕਾਂ ਲੱਗਦੀਆਂ ਨਾ ਇਉਂ ਸਤਿਗੁਰੂ ਜੀ ਜਾਣ ਬੁੱਝ ਕੇ ਹੀ ਨੀਵੀਂ ਪਾ ਕੇ ਨੇਤਰ ਬੰਦ ਕਰਕੇ ਬੈਠ ਕੇ ਤੇ ਨੀਂਦ ਦੇ ਝੋਕੇ ਜੇ ਲੈਣ ਲੱਗ ਪਏ ਗੁਲਖਾ ਸਮੈ ਵਿਚਾਰਿਓ ਮਾਰਨ ਉਸ ਵੇਲੇ ਗੁਲਖਾ ਨੇ ਦੇਖਿਆ ਕਿ ਇਹ ਸਤਿਗੁਰੂ ਨੂੰ ਮਾਰਨ ਦਾ ਵਧੀਆ ਸਮਾਂ ਹੈ ਤੁਮ ਬਿਦਰਿਓ ਹੋਏ ਦੀਪਕ ਚਾਰਨ ਤਮ ਬਿਥਰਿਓ ਹਨੇਰਾ ਚਾਰੇ ਪਾਸੇ ਪਸਰਿਆ ਹੋਇਆ ਹੈ ਤੇ ਦੀਵੇ ਜਗਾਉਣ ਦਾ ਸਮਾਂ ਹੈ ਦੇਖ ਮੁੰਦੇ ਅਬ ਦੇਖਤ ਨਾਹੀ ਔਰ ਸਤਿਗੁਰੂ ਨੇ ਨੇਤਰ ਵੀ ਬੰਦ ਕਰ ਰੱਖੇ ਹਨ ਆਸੇ-ਪਾਸੇ ਦੇਖ ਵੀ ਨਹੀਂ ਰਹੇ ਸਰੇ ਸਿੰਘ ਕੋ ਨਾਹਨ ਪਾਈ ਤੇ ਇਸ ਵੇਲੇ ਕੋਈ ਸਿੰਘ ਵੀ ਨੇੜੇ ਨਹੀਂ ਹੈ ਅੰਦਰ ਰੰਗੀ ਦੇਖਣ ਹਾਥ ਤੇ ਮੇਰੇ ਹੱਥ ਦੇ ਵਿੱਚ ਨੰਗੀ ਕਟਾਰ ਵੀ ਹੈ ਇਸ ਵੇਲੇ ਤਿੱਖੀ ਇਹਦੇ ਉਦਰ ਲੋਕ ਡਰ ਸਾਥ ਤੇ ਇੱਧਰ ਉੱਧਰ ਫਿਰ ਵੀ ਡਰਦੇ ਸਾਥ ਡਰਦੇ ਨਾਲ ਦੇਖਦਾ ਹੈ ਗੁਲਖਾਂ ਪਠਾਨ ਇਤਨੇ ਮੈਂ ਦਰਗ ਪੰਕਜ ਖੋਲੇ ਐਨੇ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਦੁਬਾਰਾ ਨੇਤਰ ਖੋਲ ਲਏ ਮੋਗ ਬਟਾਨ ਨਿਗੜ ਕਰ ਬੋਲੇ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਉਸ ਵੇਲੇ ਕਹਿਣ ਲੱਗੇ ਸਮਾ ਸ਼ਤਰੂ ਹੱਥ ਦੇ ਕੋ ਪਾਵੇ ਕਹਿੰਦੇ ਪਠਾਨ ਜੇ ਕਹਿੰਦੇ ਆਪਣੇ ਵੈਰੀ ਨੂੰ ਮਾਰਨ ਦਾ ਸਮਾਂ ਹੋਵੇ ਸੂਗ ਜਾਏ ਫਿਰ ਆਸਨੇ ਆਵੇ ਕਹਿੰਦੇ ਇਹੋ ਜਿਹਾ ਸਮਾਂ ਜੇ ਕਹਿੰਦੇ ਇੱਕ ਵਾਰੀ ਲੰਘ ਜਾਏ ਹੱਥ ਚੋਂ ਮੁੜ ਹੱਥ ਨਹੀਂ ਆਉਂਦਾ ਹੁੰਦਾ ਰਹਿ ਕੇ ਸੂਰਤ ਕੀਤੀ ਹੋਏ ਫਿਰ ਕਹਿੰਦੇ ਇਹੋ ਜਿਹਾ ਜਿਹੜਾ ਸੂਰਮਾ ਹੈ ਕਹਿੰਦੇ ਝੂਰਦਾ ਹੀ ਰਹਿ ਜਾਂਦਾ ਗਿੱਦੜ ਹੋ ਕੇ ਕਾਇਰ ਹੋ ਕੇ ਲੋਕ ਜਨਮ ਲਾਨਤ ਦੇ ਸੋਏ ਕਹਿੰਦੇ ਫਿਰ ਤਾਂ ਕਹਿੰਦੇ ਲਾਹਣਤਾਂ ਹੀ ਲੈਂਦਾ ਹੈ ਉਹਦੇ ਜਨਮ ਨੂੰ ਧਰਕਾਰਾਂ ਹੀ ਪੈਂਦੀਆਂ ਹਨ ਬਾਰ ਬਾਰ ਮਪਿਓ ਗੁਸਾਈ ਜਦੋਂ ਵਾਰ-ਵਾਰ ਸਤਿਗੁਰੂ ਪਾਤਸ਼ਾਹ ਨੇ ਇਸ ਤਰ੍ਹਾਂ ਆਖਿਆ ਬਾਰ ਬਾਰ ਦਰਗ ਮੂੰਦ ਜਾਈ ਤੇ ਐਉਂ ਕਹਿ ਕੇ ਸਤਿਗੁਰੂ ਵਾਰ-ਵਾਰ ਅੱਖਾਂ ਬੰਦ ਕਰ ਲੈਂਦੇ ਹਨ ਬਾਰ ਬਾਰ ਗੁਲਖਾਂ ਕੋ ਫੇਰਾ ਬਾਰ-ਬਾਰ ਗੁਲਖਾਂ ਨੂੰ ਐਉਂ ਪ੍ਰੇਰਨਾ ਕੀਤੀ ਸਬਦ ਦਾਮ ਬਨਿਓ ਤਸੇਰਾ ਜਦੋਂ ਇਹਨੇ ਦੇਖਿਆ ਵੀ ਸਾਰੇ ਤਰੀਕਿਆਂ ਨਾਲ ਹੁਣ ਦਾਅ ਘਾਹ ਲਾਉਣ ਦਾ ਸਮਾਂ ਬਣ ਗਿਆ ਹੈ ਅੰਦਰ ਨਗਲੇ ਆਤਮੇ ਧਰੀ ਇਹ ਗੁਲਖਾਂ ਪਠਾਨ ਨੇ ਜਿਹੜੀ ਨੰਗੀ ਕਟਾਰ ਸੀ ਜਮਦਰ ਸੀ ਇਹਨੇ ਆਪਣੇ ਹੱਥ ਵਿੱਚ ਫੜ ਲਈ ਘੁੱਟ ਕੇ ਆਪੋ ਤਾਕ ਪ੍ਰਹਾਰ ਨ ਕਰੀ ਸਤਿਗੁਰੂ ਜੀ ਵਿਰਾਜੇ ਹੋਏ ਆਸਣ ਦੇ ਉੱਤੇ ਸਤਿਗੁਰੂ ਨੂੰ ਦੇਖ ਕੇ ਇਹਨੇ ਵਾਰ ਕਰ ਦਿੱਤਾ ਮੋਖਰ ਦੇ ਜੋਜ ਲੈ ਚਲਾਈ ਸਤਿਗੁਰੂ ਜੀ ਦੇ ਸੀਨੇ ਨੂੰ ਦਿਲ ਨੂੰ ਸਾਹਮਣੇ ਕਰਕੇ ਜਦੋਂ ਇਹਨੇ ਚਲਾਈ ਕਈ ਨੇ ਫਲ ਨੇ ਪਰਵਿਸ਼ੀ ਜਾਈ ਪਰ ਇਹਦਾ ਹੱਥ ਕੰਬ ਗਿਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸੀਨੇ ਲੱਗੀ ਨਾ ਪ੍ਰਾਸਤ ਮਾਦ ਕੰਬ ਕਰ ਗਇਓ ਡਰ ਕੇ ਇਹਦਾ ਹੱਥ ਕੰਬ ਗਿਆ ਸੀ ਤਨ ਕੋ ਤਨਕ ਕਾਵਨੇ ਭਇਓ ਤੇ ਸਤਿਗੁਰੂ ਜੀ ਦੇ ਸਰੀਰ ਨੂੰ ਬਿਲਕੁਲ ਵੀ ਕੋਈ ਜ਼ਖਮ ਨਾ ਆਇਆ ਉਹਨੇ ਕਰਹੀ ਸਭ ਕੋ ਹੀਰ ਫੇਰ ਸਤਿਗੁਰੂ ਨੂੰ ਇਉਂ ਇਕੱਲਿਆਂ ਦੇਖ ਕੇ ਨਾਲ ਦੀ ਨਾਲ ਅਜੰਦਰ ਮਾਰੀ ਦੂਸਰ ਦੇ ਦੂਜੀ ਵਾਰ ਫੇਰ ਇਹਨੇ ਜਮਦਰ ਕਟਾਰ ਨਾਲ ਵਾਰ ਕੀਤਾ ਭੁਜ ਕੋ ਤਰੇ ਗਇਓ ਸੋ ਵਾਰ ਇਹ ਜਿਹੜਾ ਦੂਜਾ ਵਾਰ ਹੈ ਉਹ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬਾਹ ਦੇ ਹੇਠਾਂ ਦੀ ਲੰਘ ਗਿਆ ਛਾਤੀ ਅਤੇ ਬਾਹ ਦੇ ਵਿਚਕਾਰ ਦੀ ਲਗੀ ਨਾ ਤਨ ਕੋ ਤੇਰੇ ਜੁਜਾਰ ਸਤਿਗੁਰੂ ਦੇ ਤਨ ਨੂੰ ਇਹ ਜਿਹੜੀ ਕਟਾਰ ਇਹਦੀ ਵਾਹੀ ਹੋਈ ਲੱਗੀ ਨਾ ਜੁਝਾਰੂ ਸਤਿਗੁਰ ਸੱਚੇ ਪਾਤਸ਼ਾਹ ਉਸੇ ਤਰ੍ਹਾਂ ਬਿਰਾਜਮਾਨ ਹਨ ਪੁਨ ਧਰ ਧੀਰ ਤੀਸਰੋ ਮਾਰਾ ਤੀਜੀ ਵਾਰੀ ਫਿਰ ਹੌਸਲਾ ਜਿਹਾ ਧਾਰ ਕੇ ਨੇ ਕਟਾਰ ਦਾ ਵਾਰ ਕੀਤਾ ਗੁਲਖਾਂ ਨੇ ਲਾਗੋ ਦਰਨ ਕੇ ਤੁਕ ਭਾਰਾ ਇਹ ਤੀਜਾ ਜਿਹੜਾ ਵਾਰ ਸੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪੇਟ ਦੇ ਵਿੱਚ ਲੱਗਿਆ ਤੇ ਭਾਰੀ ਜ਼ਖਮ ਹੋ ਗਿਆ ਲਗੇ ਘਾਵ ਕੋ ਕੋਪ ਵਿਸਾਲੇ ਜਦੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਪੇਟ ਕਾਫੀ ਪਾੜ ਦਿੱਤਾ ਇਹਨੇ ਖੰਜਰ ਮਾਰ ਕੇ ਤਾਂ ਘਾਵ ਲੱਗੇ ਤੋਂ ਜ਼ਖਮ ਲੱਗੇ ਤੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਇੱਕਦਮ ਵੀਰ ਰਸ ਵਿੱਚ ਆ ਗਏ ਜੰਦਰ ਦੂਜੀ
ਦੂਜੀ ਧਰੀ ਸੁਭਾਲੇ। ਜਿਹੜੀ ਦੂਜੀ ਜਮਧਰ ਦੂਜੀ ਕਟਾਰ ਸਤਿਗੁਰੂ ਜੀ ਦੇ ਕੋਲ ਪਈ ਸੀ ਉਹ ਸੰਭਾਲ ਲਈ। ਤਦ ਸਿਰ ਸ੍ਰੀ ਪ੍ਰਭਵਾਰ ਪਰਾਰਿਓ। ਨਾਲ ਦੀ ਨਾਲ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਵਾਰ ਕਰ ਦਿੱਤਾ। ਉਦਰ ਪਠਾਨ ਸ਼ਤਰੂ ਕੋ ਫਾਰਿਓ। ਇਹ ਜਿਹੜਾ ਪਠਾਨ ਦੁਸ਼ਮਣ ਸੀ ਇਹਦਾ ਪੇਟ ਪਾੜ ਕੇ ਰੱਖ ਦਿੱਤਾ। ਉੱਚੀ ਤੁਨ ਭਾਕਿਓ ਤਿਸ ਵੇਲੇ। ਉੱਚੀ ਆਵਾਜ਼ ਵਿੱਚ ਸਤਿਗੁਰੂ ਨੇ ਆਖਿਆ ਉਸ ਵੇਲੇ, ਹੈ ਕੋ ਸਿੰਘ ਹਮਾਰੇ ਨੇੜੇ। ਕਹਿੰਦੇ ਭਾਈ ਕੋਈ ਸਿੰਘ ਸਾਡੇ ਨੇੜੇ ਹੈ ਇਸ ਵੇਲੇ। ਸੁਨਤ ਸ਼ਬਦ ਕੋ ਤਰਸ਼ਨ ਆਏ। ਸਤਿਗੁਰੂ ਦੀ ਆਵਾਜ਼ ਸੁਣ ਕੇ ਕਈ ਸਿੰਘ ਭੱਜੇ ਹੋਏ ਆਏ। ਨਾਗੇ ਖੜਗ ਕਏ ਗਏ ਕਰਤਾਏ। ਨੰਗੀਆਂ ਕਿਰਪਾਨਾਂ ਹੱਥ ਵਿੱਚ ਫੜ ਕੇ ਭੱਜ ਲਏ ਇੱਧਰ ਨੂੰ। ਇਕ ਲੱਖਾ ਸੁਨ ਪੜਿਓ ਪਠਾਨ। ਸਾਧ ਸੰਗਤ ਜੀ, ਇੱਕ ਲੱਖਾ ਸਿੰਘ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਨਗਾਰਚੀ ਸਿੱਖ ਸੀ। ਇਹਨੇ ਜਦੋਂ ਦੇਖਿਆ ਵੀ ਪਠਾਨ ਸਤਿਗੁਰੂ ਦੇ ਸਾਹਮਣੇ ਡਿੱਗਿਆ ਹੋਇਆ ਹੈ, ਬਲਤੇ ਹਨੀ ਕਿਰਪਾਨ ਮਹਾਨ। ਇਹਨੇ ਪੂਰੇ ਵੇਗ ਦੇ ਨਾਲ ਪੂਰੇ ਜ਼ੋਰ ਦੇ ਨਾਲ ਕਿਰਪਾਨ ਵਾਹ ਦਿੱਤੀ। ਆੜ ਬਰੀ ਤੇ ਸੀਸੋ ਤਾਰਾ। ਇਹ ਪਠਾਨ ਦਾ ਜਿਹੜਾ ਸਿਰ ਸੀ ਧੜ ਦੇ ਨਾਲੋਂ ਵੱਖਰਾ ਕੱਟ ਕੇ ਕਰ ਦਿੱਤਾ। ਹਰਿਓ ਰਵ ਸੁਨੈ ਤੁਧ ਭਾਰਾ। ਜਦੋਂ ਸਾਧ ਸੰਗਤ ਜੀ ਜਿਹਨੂੰ ਜਿਹਨੂੰ ਖਬਰ ਮਿਲੀ ਇੱਧਰ ਉੱਧਰ ਰੌਲਾ ਪੈ ਗਿਆ ਨਾਲ ਦੀ ਨਾਲ। ਜੀ ਕਯੋ ਪ੍ਰਥਮੀ ਮਰਿਓ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਕਹਿੰਦੇ ਭਾਈ ਲੱਖਾ ਸਿੰਘ ਇਹ ਤਾਂ ਪਹਿਲਾਂ ਹੀ ਮਰਿਆ ਪਿਆ ਸੀ। ਆਏ ਖੜਗ ਪ੍ਰਹਾਰਨ ਕਰਿਓ। ਕਹਿੰਦੇ ਤੁਸੀਂ ਆ ਕੇ ਇਹਦੇ ਉੱਤੇ ਇੱਕ ਤਲਵਾਰ ਦਾ ਵਾਰ ਕਾਹਨੂੰ ਕਰ ਦਿੱਤਾ, ਇਹ ਤਾਂ ਅਸੀਂ ਪਹਿਲਾਂ ਹੀ ਮਾਰ ਕੇ ਸੁੱਟਿਆ ਹੈ। ਸੋ ਇਹ ਭਾਈ ਲੱਖਾ ਸਿੰਘ ਸੀ ਨਾ ਜਿਹੜਾ, ਇਹ ਸਾਧ ਸੰਗਤ ਸਤਿਗੁਰੂ ਜੀ ਦਾ ਨਗਾਰਚੀ ਸਿੱਖ ਸੀ। ਸਤਿਗੁਰੂ ਜੀ ਦੇ ਸੱਚਖੰਡ ਪਿਆਨੇ ਤੋਂ ਬਾਅਦ ਇਹ ਪੰਜਾਬ ਵੱਲ ਨੂੰ ਨਗਾਰੇ ਨਿਸ਼ਾਨ ਸਾਹਿਬ ਲੈ ਕੇ ਆਇਆ ਸੀ। ਤੇ ਅੱਜ ਵੀ ਦਲਾਂ ਪੰਥਾਂ ਦੇ ਵਿੱਚ ਨਗਾਰਿਆਂ ਦੀ ਨਿਸ਼ਾਨ ਸਾਹਿਬਾਂ ਦੀ ਉਹੀ ਜਿਹੜੀ ਪ੍ਰਥਾ ਉਹੀ ਮਰਿਆਦਾ ਚੱਲੀ ਆਉਂਦੀ ਹੈ। ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟੱਲ ਜੋ ਆਪਾਂ ਅਰਦਾਸ ਵਿੱਚ ਕਹਿੰਦੇ ਆ। ਸੋ ਇਹ ਲੱਖਾ ਸਿੰਘ ਜਿਹੜਾ ਸੀ ਇਹਨੇ ਪਠਾਨ ਦਾ ਸਿਰ ਧੜ ਨਾਲੋਂ ਵੱਖਰਾ ਕਰ ਦਿੱਤਾ ਆ ਕੇ। ਦੋਹਰਾ ਪ੍ਰਥਮ ਤੁਰਗ ਕੀ ਸ਼ਾਵਕੇ। ਸਤਿਗੁਰੂ ਸੱਚੇ ਪਾਤਸ਼ਾਹ ਜਿਹੜੇ ਪਹਿਲਾਂ ਤੁਰਕਾਂ ਦੀ ਛਾਂ ਨੂੰ ਸ਼ੁਮਨ ਦੇਤ ਨੇਰ। ਉਹਨਾਂ ਦਾ ਪਰਛਾਵਾਂ ਵੀ ਨੇੜੇ ਨਹੀਂ ਪੈਣ ਦਿੰਦੇ ਸਨ। ਕਾਰਨ ਕਰਵੇ ਤੇ ਆਸ। ਬਸ ਆ ਜਿਹੜਾ ਭਾਣਾ ਵਰਤਾਉਣ ਦੇ ਵਾਸਤੇ ਸਤਿਗੁਰੂ ਨੇ ਆਦਰ ਕਰਤ ਬਡੇਰ। ਬੜਾ ਇਹਦਾ ਆਦਰ ਸਤਿਕਾਰ ਕੀਤਾ ਸੀ ਗੁਲਖਾਂ ਪਠਾਨ ਦਾ। ਕਉ ਗਈ ਔਦਕ ਰਚਿਓ ਸਕੈ ਕੋ ਜਾਨ। ਸਤਿਗੁਰੂ ਜੀ ਨੇ ਇਹ ਜਿਹੜਾ ਐਸਾ ਕੌਤਕ ਰਚਿਆ, ਅਚਰਜ ਕੌਤਕ ਸਤਿਗੁਰੂ ਦੇ ਕੌਣ ਜਾਣ ਸਕਦਾ ਹੈ। ਜੰਦਰ ਖਾਈ ਪਾਨ ਪਠਾਨ। ਔਰ ਇਹ ਪਠਾਨ ਦੇ ਹੱਥੋਂ ਸਤਿਗੁਰੂ ਨੇ ਕਟਾਰ ਦਾ ਵਾਰ ਖਾਧਾ। ਗੁਲਖਾਂ ਭਰਿਓ ਨਿਹਾਰੈ ਤਿਸੇ। ਗੁਲਖਾਂ ਪਿਆ ਹੈ ਧਰਤੀ ਉੱਤੇ ਡਿੱਗਿਆ ਤੇ ਉਹਨੂੰ ਦੇਖ ਰਹੇ ਹਨ। ਪ੍ਰਭੂ ਭਾਵ ਰਖਿਓ ਨ ਕਿਸੇ। ਪਰ ਕਿਸੇ ਸਿੱਖ ਨੇ ਇਹ ਨਾ ਦੇਖਿਆ ਵੀ ਸਤਿਗੁਰੂ ਜੀ ਨੂੰ ਕਿੰਨਾ ਵੱਡਾ ਜ਼ਖਮ ਆਇਆ ਹੋਇਆ ਹੈ। ਜਬ ਸੰਤੋਖ ਸਿੰਘ ਡਿਗ ਗਇਓ। ਜਦੋਂ ਭਾਈ ਸੰਤੋਖ ਸਿੰਘ ਇਹ ਸਤਿਗੁਰੂ ਜੀ ਦਾ ਇੱਕ ਹਜੂਰੀਆ ਸਿੱਖ ਸੀ, ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਪਹੁੰਚਿਆ। ਇਹ ਭਾਈ ਸੰਤੋਖ ਸਿੰਘ ਨੇ ਜਿਨ੍ਹਾਂ ਨੂੰ ਸਾਧ ਸੰਗਤ ਜੀ ਸਤਿਗੁਰੂ ਜੀ ਨੇ ਤਖਤ ਸ੍ਰੀ ਨੰਦੇੜ ਸਾਹਿਬ ਹਜੂਰ ਸਾਹਿਬ ਗੁਰਦੁਆਰੇ ਦੀ ਸੱਚਖੰਡ ਜਾਣ ਵੇਲੇ ਸਾਂਭ ਸੰਭਾਲ ਦੀ ਸੇਵਾ ਸੌਂਪੀ ਸੀ। ਕਾਫੀ ਲੰਮਾ ਸਮਾਂ ਇਹ ਸੇਵਾ ਕਰਦੇ ਰਹੇ। ਸੋ ਸਾਧ ਸੰਗਤ ਜੀ, ਇਹ ਭਾਈ ਸੰਤੋਖ ਸਿੰਘ ਨੇ ਜਦੋਂ ਆ ਕੇ ਨਿਗਾਹ ਮਾਰੀ, ਉਦਰ ਪ੍ਰਵਾਹ ਰੋਗਤ ਭਇਓ। ਇਹ ਦੇਖਦਾ ਹੈ ਕਿ ਬੜਾ ਖੂਨ ਦਾ ਪ੍ਰਵਾਹ ਚੱਲਦਾ ਪਿਆ ਹੈ। ਬਾਗਾ ਸੁਗਰੋ ਲਾਲ ਸੁਪਰਨ। ਜਿਹੜਾ ਚਿੱਟਾ ਵਸਤਰ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਲਾਲ ਰੰਗ ਦਾ ਹੋ ਗਿਆ। ਫੇਰਿਓ ਆਸ ਤਰਨ ਵੀ ਤਰਨ। ਜਿਹੜੀ ਵਿਛਾਈ ਕੀਤੀ ਹੋਈ ਹੈ ਉਹ ਵੀ ਲਾਲ ਰੰਗ ਦੀ ਹੋ ਗਈ ਹੈ। ਮਹਾਰਾਜ ਨਿਰਜਲ ਕੋ ਸਰੀਰ। ਕਹਿਣ ਲੱਗਾ, ਮਹਾਰਾਜ ਆਪਣੇ ਸਰੀਰ ਵੱਲ ਤਾਂ ਧਿਆਨ ਦਿਓ। ਨਿਗ ਸਦਰ ਦਰ ਭੀਜ ਗਏ ਪੀਰ। ਖੂਨ ਨਿਕਲ ਨਿਕਲ ਕੇ ਕਿਵੇਂ ਕੱਪੜੇ ਭਿੱਜ ਚੁੱਕੇ ਹਨ। ਧੀਰਜ ਧਾਰ ਰਹੇ ਬਲਬੀਰ। ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਧੀਰਜ ਧਾਰੀ ਹਨ, ਵੱਡੇ ਵੀਰ ਹਨ, ਯੋਧੇ ਹਨ। ਬੜੇ ਬਲ ਦੇ ਨਾਲ ਧੀਰਜ ਧਾਰ ਕੇ ਰੱਖਿਆ ਉਹਨਾਂ ਨੇ। ਲਗਿਓ ਘਾਵ ਨੇ ਮਾਨਤ ਪੀਰ। ਮਹਾਰਾਜ ਤੁਹਾਨੂੰ ਇੰਨਾ ਵੱਡਾ ਜ਼ਖਮ ਲੱਗਿਆ, ਤੁਸੀਂ ਪੀੜ ਵੀ ਨਹੀਂ ਮੰਨਦੇ। ਸੁਨ ਬਿਗ ਸਰਬ ਖਾਲਸਾ ਆਇਓ। ਸੁਣ ਕੇ ਦੇਖ ਕੇ ਸਾਰਾ ਖਾਲਸਾ ਇਕੱਠਾ ਹੋ ਕੇ ਆ ਗਿਆ। ਕਾਲ ਬਸਤਰ ਟਾਰਤ ਤਰਸਾਇਓ। ਉਸ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਘਾਵ ਹੈ, ਜ਼ਖਮ ਹੈ, ਇਹਨੂੰ ਸਾਧ ਸੰਗਤ ਜੀ ਵਸਤਰ ਨਾਲ ਢਕਿਆ। ਰਾਜੀ ਜਮਦਰ ਘਾਵ ਕਨੇਰਾ। ਕਹਿਣ ਲੱਗੇ, ਮਹਾਰਾਜ ਕਟਾਰ ਦਾ ਵਾਰ ਜਿਹੜਾ ਬੜਾ ਡੂੰਘਾ ਹੈ। ਲਗਿਓ ਆਪ ਕੋ ਹਮ ਜਬ ਅਬ
ਬਹਿਰਾ। ਮਹਾਰਾਜ ਅਸੀਂ ਦੇਖਿਆ ਹੁਣ ਜਿਹੜਾ ਆਪ ਜੀ ਨੂੰ ਲੱਗਿਆ ਡੂੰਘਾ ਜ਼ਖਮ ਹੈ। ਕਿਸ ਬਿਦ ਕੋ ਵਿਸਤਾਰਿਓ ਖੇਲ। ਮਹਾਰਾਜ ਆਪ ਜੀ ਨੇ ਕਿਸ ਤਰ੍ਹਾਂ ਦਾ ਖੇਲ ਵਿਸਤਾਰਿਆ ਹੈ, ਕਿਸ ਤਰ੍ਹਾਂ ਦੀ ਖੇਡ, ਕਿਸ ਤਰ੍ਹਾਂ ਦਾ ਕੌਤਕ ਵਰਤਾਇਆ ਹੈ। ਰੋਜ਼ ਤੁਰਕ ਸੋ ਰਾਖਿਓ ਮੇਲ। ਰੋਜ਼ਾਨਾ ਹੀ ਮਹਾਰਾਜ ਹਮੇਸ਼ਾ ਆਪ ਜੀ ਇਸ ਤੁਰਕ ਦੇ ਨਾਲ ਮੇਲ ਰੱਖਦੇ ਰਹੇ ਹੋ। ਰਹਿਓ ਹਜੂਰ ਸਿੰਘ ਨੇ ਕੋਈ। ਮਹਾਰਾਜ ਆਪ ਜੀ ਦੇ ਹਜ਼ੂਰੀ ਵਿੱਚ ਉਸ ਵੇਲੇ ਸਿੰਘ ਵੀ ਕੋਈ ਨਹੀਂ ਸੀ। ਤੋ ਤੁਰਕ ਢਿਗ ਰਾਖਾ ਸੋਈ। ਫਿਰ ਵੀ ਮਹਾਰਾਜ ਤੁਸੀਂ ਤੁਰਕ ਨੂੰ ਆਪਣੇ ਕੋਲ ਰੱਖਿਆ। ਆਪ ਕਰੋ ਉਪਦੇਸ਼ ਪ੍ਰਕਾਸ਼ਾ। ਆਪ ਤਾਂ ਹਮੇਸ਼ਾ ਹੀ ਸਾਨੂੰ ਇਹ ਉਪਦੇਸ਼ ਜਿਹੜਾ ਪ੍ਰਗਟ ਕਰਕੇ ਕਹਿੰਦੇ ਹੋ ਕੀਜੈ ਨਹੀਂ ਤੁਰਕ ਪਰਵਾਸਾ। ਕਿ ਤੁਰਕਾਂ ਦਾ ਕਦੇ ਭਰਵਾਸਾ ਨਾ ਕਰੋ, ਤੁਰਕਾਂ ਦਾ ਭਰੋਸਾ ਯਕੀਨ ਨਾ ਕਰੋ। ਤੇਰਾ ਵਰਨੇ ਕਿਆ ਕਰ ਲਿਓ। ਤੇ ਮਹਾਰਾਜ ਇਹ ਆਪ ਜੀ ਨੇ ਕੀ ਭਾਣਾ ਵਰਤਾ ਲਿਆ ਹੈ। ਹਰੀ ਕਾਲ ਖਾਨ ਤੇ ਲਖਾਇਓ। ਤੇ ਮਹਾਰਾਜ ਇਹ ਡੂੰਘਾ ਜ਼ਖਮ ਜਿਹੜਾ ਇਹ ਖਾਨ ਪਠਾਨ ਤੋਂ ਖਾ ਲਿਆ ਤੁਸੀਂ ਕਟਾਰ ਦਾ। ਸਿੰਘ ਸੰਤੋਖ ਸਿੰਘ ਦੇ ਆਦ। ਭਾਈ ਸੰਤੋਖ ਸਿੰਘ ਜੀ ਤੋਂ ਆਦ ਲੈ ਕੇ ਹੋਰ ਜਿੰਨੇ ਸਿੰਘ ਹਨ ਤੇਰੇ ਸਭ ਦੇ ਬਖਾਦ। ਸਾਰੇ ਦੇਖ ਦੇਖ ਕੇ ਬੜਾ ਦੁੱਖ ਮਨਾਇਆ ਸਭ ਨੇ। ਧੀਰ ਦੇਣ ਕੋ ਗੁਰੂ ਚਾਰੀ। ਸਤਿਗੁਰ ਸੱਚੇ ਪਾਤਸ਼ਾਹ ਸਾਰਿਆਂ ਨੂੰ ਧੀਰਜ ਦੇਣ ਵਾਸਤੇ, ਹੌਸਲਾ ਦੇਣ ਵਾਸਤੇ ਕਹਿਣ ਲੱਗੇ। ਭਇਓ ਅਕਾਲ ਪੁਰਖ ਰਖਵਾਰੀ। ਕਹਿੰਦੇ ਭਾਈ ਕੁਝ ਨਹੀਂ ਹੋਇਆ, ਅਕਾਲ ਪੁਰਖ ਵਾਹਿਗੁਰੂ ਸਾਡਾ ਰਾਖਾ ਹੋਇਆ ਹੈ। ਕਰੋ ਨਾ ਚਿੰਤਾ ਚਿਤ ਮੈਂ ਕਾਈ। ਆਪਣੇ ਮਨ ਵਿੱਚ ਤੁਸੀਂ ਕਿਸੇ ਪ੍ਰਕਾਰ ਦੀ ਕੋਈ ਚਿੰਤਾ ਨਾ ਕਰੋ। ਅਸਕੇ ਦਸਾਈ। ਕਹਿੰਦੇ ਥੋੜਾ ਹੀ ਘਾਵ ਹੋਇਆ, ਕੋਈ ਬਹੁਤਾ ਡੂੰਘਾ ਜ਼ਖਮ ਨਹੀਂ। ਅਸਕੇਤ ਅਕਾਲ ਪੁਰਖ ਵਾਹਿਗੁਰੂ ਜਿਹੜੇ ਉਹ ਸਾਡੇ ਸਹਾਇਕ ਹੋਏ ਹਨ। ਖਾਨ ਕੋਲ ਕਰ ਜਮਦਰ ਮਾਰੀ। ਔਰ ਇਹ ਜਿਹੜਾ ਖਾਨ ਸੀ ਇਸ ਨੇ ਖੋਰ ਰੱਖ ਕੇ, ਮਨ ਵਿੱਚ ਖੋਟ ਰੱਖ ਕੇ, ਪਿਛਲਾ ਬਦਲਾ ਇਹਨੇ ਚੇਤੇ ਰੱਖ ਕੇ ਸਾਡੇ ਕਟਾਰ ਮਾਰੀ ਹੈ। ਬਹੁਤ ਸਮੇਂ ਕੋ ਦਵੈਸ਼ ਤਾਰੀ। ਬਹੁਤ ਲੰਮੇ ਸਮੇਂ ਦੀ ਜਿਹੜੀ ਦਵੈਸ਼ ਸੀ, ਬੜਾ ਵੈਰ ਸੀ ਇਹਦੇ ਮਨ ਦੇ ਵਿੱਚ, ਉਹ ਇਹਨੇ ਚਿਤਾਰ ਲਿਆ। ਖਤਮ ਗੁਰੂ ਮਹਾਬਲ ਤਮਾ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿਹੜੇ ਬੜੇ ਮਹਾਬਲੀ ਸਨ, ਉਹਨਾਂ ਦੇ ਘਰ ਵਿੱਚ ਅਦਿਓ ਜੁਦ ਮੈਂ ਜਾਏ ਪਤਮਾ। ਉਹਨਾਂ ਦੇ ਘਰ ਰਹਿਣ ਵਾਲਾ ਪੈਂਦੇ ਖਾਂ ਪਠਾਨ ਇਹਦਾ ਦਾਦਾ ਛੇਵੇਂ ਪਾਤਸ਼ਾਹ ਜੀ ਨੇ ਮਾਰ ਦਿੱਤਾ ਸੀ ਯੁੱਧ ਵਿੱਚ। ਸੁਣਤ ਰਹੇ ਪੂਰਬੀ ਬਾਤ। ਤੇ ਇਹ ਕਿਤੇ ਸੁਣਦਾ ਰਿਹਾ ਪੂਰਵਲੀਆਂ ਗੱਲਾਂ। ਅਵਲਕ ਘਾਤ ਕਰਿਓ ਮਨ ਘਾਤ। ਤੇ ਹੁਣ ਇਹਨੇ ਦਾਉ ਘਾਉ ਜਾਣ ਕੇ ਸਾਡੇ ਉੱਤੇ ਹਮਲਾ ਕਰ ਦਿੱਤਾ। ਇੱਥੇ ਬਿਲਕੁਲ ਸਪਸ਼ਟ ਲਿਖਿਆ ਆ ਗਿਆ ਹੈ ਕਿ ਇਹ ਘਾਤ ਲਾਈ ਸੀ ਇਹਨੇ। ਰੋਜ਼ਾਨਾ ਜਿਹੜਾ ਆਉਂਦਾ ਸੀ ਪਠਾਨ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਦੇ ਵਿੱਚ। ਬਾਕੀ ਜਿਹੜਾ ਇਹ ਪ੍ਰਸੰਗ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਹੈ ਕਿ ਸਤਿਗੁਰੂ ਉਹਦੇ ਨਾਲ ਚੌਪੜ ਖੇਡਦੇ ਰਹੇ, ਉਹਨੂੰ ਇਨਾਮ ਦਿੰਦੇ ਰਹੇ, ਆਪਣੇ ਕੋਲ ਬਿਠਾਉਂਦੇ ਰਹੇ। ਇਹ ਕਿਸੇ ਤੋਂ ਜਿਵੇਂ ਉਹਨਾਂ ਨੇ ਸੁਣਿਆ ਉਸ ਤਰ੍ਹਾਂ ਉਹਨਾਂ ਨੇ ਛੰਦਾਬੰਦੀ ਵਿੱਚ ਵਰਣਨ ਕਰ ਦਿੱਤਾ ਹੈ। ਪਰ ਪੁਰਾਤਨ ਜਿਹੜੇ ਸਰੋਤ ਹਨ ਇਤਿਹਾਸ ਦੇ, ਸ੍ਰੀ ਗੁਰਸੋਭਾ, ਉਸ ਦੇ ਵਿੱਚ ਜਿਹੜਾ ਇਹ ਪ੍ਰਸੰਗ ਹੋਰ ਤਰ੍ਹਾਂ ਨਾਲ ਆਇਆ ਹੈ ਕਿ ਇੱਕ ਜਿਹੜਾ ਪਠਾਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਹਮੇਸ਼ਾ ਹੀ ਆਉਂਦਾ ਹੁੰਦਾ ਸੀ। ਸੋ ਉਹ ਜਿਵੇਂ ਸ੍ਰੀ ਗੁਰਸੋਭਾ ਦੇ ਵਿੱਚ ਆਇਆ ਹੈ, ਉਹ ਪ੍ਰਸੰਗ ਵੀ ਆਪਾਂ ਸੁਣੀਏ। ਸੁਣੀ ਸਾਖ ਐਸੋ ਪਠਾਨ ਇਕ ਆਇਓ। ਕਹਿੰਦੇ ਸਾਖੀ ਇਸ ਤਰ੍ਹਾਂ ਦੀ ਅਸੀਂ ਸੁਣੀ ਹੈ ਕਿ ਇੱਕ ਪਠਾਨ ਐਸਾ ਸਤਿਗੁਰੂ ਦੇ ਚਰਨਾਂ ਵਿੱਚ ਆਇਆ। ਕਛੂ ਘਾਤ ਕੈ ਕੈ ਪ੍ਰਭ ਪਾਸ ਧਾਇਓ। ਹਾਂ, ਕੁਝ ਘਾਤ ਲਾ ਕੇ, ਕੋਈ ਦਾਉ ਘਾਉ ਲਾਉਣ ਵਾਸਤੇ ਸਤਿਗੁਰੂ ਦੇ ਕੋਲ ਆਇਆ। ਕਰੀ ਦੋਏ ਕੈ ਤੀਨ ਕੇ ਬੈਨ ਮਹੀਨੇ। 2 ਕਿ 3 ਘੜੀਆਂ ਸਤਿਗੁਰ ਸੱਚੇ ਪਾਤਸ਼ਾਹ ਦੇ ਕੋਲ ਬੈਠਿਆ ਤੇ ਬੜੇ ਮਿੱਠੇ ਮਿੱਠੇ ਬੋਲ ਬੋਲੇ ਇਸਨੇ। ਨਹੀਂ ਘਾਤ ਲਾਗੀ ਘਨੇ ਲੋਗ ਡੀਠੇ। ਪਰ ਇਹਦਾ ਦਾ ਨਹੀਂ ਲੱਗਿਆ ਸਤਿਗੁਰੂ ਨੂੰ ਮਾਰਨ ਦਾ, ਕਿਉਂਕਿ ਇਹਨੇ ਦੇਖਿਆ ਸਤਿਗੁਰੂ ਦੇ ਕੋਲ ਸਿੰਘ ਬਹੁਤ ਸਨ। ਵਿਦੈ ਹੋਏ ਕੈ ਧਾਮ ਕੋ ਵੇਗ ਧਾਇਓ। ਫਿਰ ਇਹ ਵਿਦਾ ਹੋ ਕੇ ਆਪਣੇ ਘਰ ਜਲਦੀ ਚਲਿਆ ਗਿਆ। ਭੈ ਦਿਵਸ ਕੋ ਤੀਨ ਦੋ ਤੀਨ ਸੋ ਫੇਰ ਆਇਓ। 2-3 ਦਿਨ ਜਦੋਂ ਲੰਘ ਗਏ ਫਿਰ ਵਾਪਸ ਆਇਆ। ਕਰੀ ਤੀਨ ਕੈ ਚਾਰ ਕੇ ਬੈਠੇ ਐਸੇ। 3 ਕਿ 4 ਘੜੀਆਂ ਸਤਿਗੁਰੂ ਦੇ ਕੋਲ ਇਸ ਤਰ੍ਹਾਂ ਬੈਠਾ ਰਿਹਾ। ਨਹੀਂ ਘਾਤ ਲਾਗੀ ਚੱਲ ਅੰਤ ਤੈਸੀ। ਪਰ ਇਹਦਾ ਕਿਤੇ ਦਾ ਨਹੀਂ ਲੱਗਿਆ ਤੇ ਇਸ ਤਰ੍ਹਾਂ ਅੰਤ ਨੂੰ ਐਵੇਂ ਹੀ ਚਲਿਆ ਗਿਆ। ਐਸੀ ਬਾਂਧ ਸੋ ਦਿਵਸ ਕੋ ਤਾਨ ਆਇਓ। ਇਸ ਤਰ੍ਹਾਂ ਇਹ 2-3 ਵਾਰ ਹੋਰ ਵੀ ਆਇਆ। ਨਹੀਂ ਘਾਤ ਲਾਗੀ ਨਹੀਂ ਦਾਲ ਪਾਇਓ।
ਇਹਦੀ ਘਾਤ ਨਹੀਂ ਲੱਗੀ, ਦਾਉ ਘਾਉ ਲੱਗਿਆ ਨਹੀਂ ਸਤਿਗੁਰੂ ਨੂੰ ਮਾਰਨ ਦਾ। ਘਣੀ ਬਾਰ ਆਇਆ ਦਿਓ ਭੇਦ ਸਾਰਾ। ਇਹ ਘਣੀ ਵਾਰ ਬਹੁਤੀ ਵਾਰ ਆਇਆ ਸੀ ਤੇ ਇਹਨੇ ਸਾਰਾ ਭੇਦ ਲੈ ਲਿਆ ਸੀ। ਸਮਾ ਸਿਆਮ ਕਾ ਕਾਮ ਸੋ ਆਓ ਵਿਚਾਰਾ। ਔਰ ਇਹਨੇ ਸ਼ਾਮ ਦਾ ਸਮਾਂ ਵਿਚਾਰਿਆ ਵੀ ਸਤਿਗੁਰੂ ਦਾ ਕੰਮ ਤਮਾਮ ਕਰਨ ਵਾਸਤੇ ਸ਼ਾਮ ਦਾ ਸਮਾਂ ਠੀਕ ਹੈ। ਦਿਨ ਏਕ ਸਿਆਮ ਸਮਾਂ ਦੁਟ ਆਇਓ। ਫਿਰ ਇੱਕ ਦਿਨ ਸ਼ਾਮ ਦੇ ਸਮੇਂ ਇਹ ਦੁਸ਼ਟ ਚੱਲ ਕੇ ਆਇਆ। ਸੁਣੀ ਸਾਹਿਬ ਅੰਤਰ ਤਾਂ ਕੋ ਬੁਲਾਇਓ। ਜਦੋਂ ਮਹਾਰਾਜ ਨੇ ਸੁਣਿਆ ਤੇ ਇਸ ਨੂੰ ਆਪਣੇ ਕੋਲ ਅੰਦਰ ਬੁਲਾਇਆ। ਤਿਨ ਜਾਏ ਬੈਠਾ ਕਿ ਪ੍ਰਸਾਦ ਦੀਨਾ। ਸਤਿਗੁਰੂ ਦੇ ਕੋਲ ਜਾ ਕੇ ਬੈਠਿਆ, ਸਤਿਗੁਰੂ ਨੇ ਪ੍ਰਸ਼ਾਦ ਦਿੱਤਾ ਇਸ ਨੂੰ। ਗਹੀ ਮੋਟਲੇ ਦੁਟ ਮੁਖ ਮਾਇ ਦੀਨਾ। ਇਹਨੇ ਮੁੱਠੀ ਵਿੱਚ ਲੈ ਕੇ ਤੇ ਆਪਣੇ ਮੂੰਹ ਵਿੱਚ ਉਹ ਪ੍ਰਸ਼ਾਦ ਪਾ ਲਿਆ। ਨਹੀਂ ਸਿੰਘ ਕੋਈ ਤਾਂ ਪਾਸ ਔਰੇ। ਉਸ ਵੇਲੇ ਸਤਿਗੁਰੂ ਦੇ ਕੋਲ ਹੋਰ ਕੋਈ ਸਿੰਘ ਨਹੀਂ ਸੀ। ਰਹੇ ਏਕ ਹੀ ਊਂਗ ਸੋਈ ਗਇਓ ਰੇ। ਇੱਕੋ ਹੀ ਸਿੰਘ ਸੀ, ਉਹ ਵੀ ਊਂਘ ਰਿਹਾ ਸੀ। ਇਤੇ ਮੈਂ ਪ੍ਰਭੂ ਆਪ ਵਿਸਰਾਮ ਲੀਨਾ। ਇੰਨੇ ਸਮੇਂ ਵਿੱਚ ਸਤਿਗੁਰੂ ਆਪ ਵੀ ਵਿਸ਼ਰਾਮ ਕਰਨ ਲੱਗੇ ਗਹੀ ਦੁਟ ਜਮ ਧਾਰ ਔਰ ਵਾਲ ਕੀਨਾ। ਤੇ ਇਸ ਦੁਸ਼ਟ ਨੇ ਜਮਧਾਰ ਕਟਾਰ ਹੱਥ ਵਿੱਚ ਫੜੀ ਹੋਈ ਸੀ ਤੇ ਸਤਿਗੁਰੂ ਤੇ ਵਾਰ ਕਰ ਦਿੱਤਾ। ਕੀਉ ਵਾਰ ਐਸਾ ਕਿ ਦੂਜਾ ਲਗਾਇਓ। ਇਹਨੇ ਐਸਾ ਵਾਰ ਕੀਤਾ, ਇੱਕੋ ਹੀ ਦੂਜਾ ਨਾ ਕਰ ਸਕਿਆ। ਲਗੇ ਔਰ ਕੇ ਆਪਣਾ ਵਾਰ ਲਾਇਓ। ਹੋਰ ਵਾਰ ਨਾ ਕਰ ਸਕਿਆ। ਉਧਰੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਵਾਰ ਲੱਗਿਆ ਇਸ ਦੇ। ਕੀਉ ਵਾਰ ਏਕੋ ਨਹੀਂ ਔਰ ਕੀਨਾ। ਇਹਨੇ ਇੱਕੋ ਹੀ ਵਾਰ ਕੀਤਾ, ਦੂਜਾ ਹੋਰ ਵਾਰ ਨਾ ਕੀਤਾ। ਲੀਆ ਮਾਰ ਕੇ ਦੁਟ ਜਾਣੇ ਨਾ ਦੀਨਾ। ਦੂਜਾ ਵਾਰ ਇਹ ਕਰ ਨਹੀਂ ਲੱਗਿਆ ਸੀ। ਸਤਿਗੁਰੂ ਨੇ ਆਪਣਾ ਵਾਰ ਕਰ ਦਿੱਤਾ ਤੇ ਉਸ ਦੁਸ਼ਟ ਨੂੰ ਉੱਥੇ ਹੀ ਮਾਰ ਕੇ ਸੁੱਟ ਦਿੱਤਾ। ਸੋ ਇਸ ਪ੍ਰਕਾਰ ਜਿਹੜਾ ਇਹ ਪ੍ਰਸੰਗ ਸ੍ਰੀ ਗੁਰੂ ਸੋਭਾ ਦੇ ਵਿੱਚ ਸਹੀ ਪ੍ਰਸੰਗ ਜਿਹੜਾ ਉੱਥੇ ਆਇਆ ਹੈ। ਔਰ ਸਾਧ ਸੰਗਤ ਜੀ, ਇਹ ਜਿਹੜਾ ਪਠਾਨ ਸੀ ਇਹ ਸਤਿਗੁਰੂ ਜੀ ਦੇ ਦਰ ਘਰ ਦਾ ਭੇਤੀ ਸੀ। ਆਮ ਹੀ ਇਹਦਾ ਆਉਣਾ ਜਾਣਾ ਸਤਿਗੁਰੂ ਜੀ ਦੇ ਘਰ ਦੇ ਵਿੱਚ ਸੀ। ਇਸ ਨੂੰ ਸੂਬਾ ਜਿਹੜਾ ਸਰਹੰਦ ਦਾ ਸੀ ਉਹਨੇ ਲਾਲਚ ਦੇ ਕੇ ਭੇਜਿਆ ਸੀ, ਕਿਉਂਕਿ ਸੂਬਾ ਸਰਹੰਦ ਇਸ ਗੱਲੋਂ ਡਰਦਾ ਸੀ ਕਿ ਬਾਦਸ਼ਾਹ ਬਹਾਦਰ ਸ਼ਾਹ ਦੇ ਨਾਲ ਸਤਿਗੁਰੂ ਜੀ ਦੀ ਬਹੁਤ ਨੇੜਤਾ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜਦੋਂ ਵੀ ਦੱਖਣ ਵੱਲੋਂ ਇੱਧਰ ਨੂੰ ਆਉਣਗੇ ਪੰਜਾਬ ਵੱਲ ਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਜ਼ਰੂਰ ਲੈਣਗੇ। ਇਸ ਡਰੋਂ ਹੀ ਇਹਨੇ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਿੱਛੇ ਲਾਇਆ ਹੋਇਆ ਸੀ। ਇਹ ਪਹਿਲਾਂ ਦਿੱਲੀ ਵਿਖੇ ਗਿਆ, ਮਾਤਾ ਜੀ ਤੋਂ ਪੁੱਛਦਾ ਹੈ ਕਿ ਸਤਿਗੁਰੂ ਸਾਹਿਬ ਜੀ ਕਿੱਥੇ ਆ। ਮਾਤਾ ਜੀ ਦੱਸਦੇ ਦੱਖਣ ਦੇਸ਼ ਵੱਲ ਹਨ। ਤਾਂ ਸਾਧ ਸੰਗਤ ਜੀ ਉੱਥੋਂ ਪੱਕਾ ਪਤਾ ਲੈ ਕੇ ਫਿਰ ਇਹ ਇੱਧਰ ਆਇਆ ਹੈ। ਸੋ ਇੱਥੇ ਆ ਕੇ ਇਹਨੇ ਇਹ ਕਰੂਰਤਾ ਕੀਤੀ, ਦੁਸ਼ਟਤਾ ਕੀਤੀ, ਸਤਿਗੁਰੂ ਜੀ ਦੇ ਉੱਤੇ ਵਾਰ ਕੀਤਾ ਹੈ।